ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਬਹੁਤ ਸਾਲਾਂ ਤੋਂ ਬਾਅਦ ਇਸ ਧਰਤੀ ਦਾ ਭਰਮਣ ਕਰਦਿਆਂ ਧਰਤ ਲੁਕਾਈ ਨੂੰ ਸੋਧਦਿਆਂ 9 ਖੰਡਾਂ ਦੇ ਵਿੱਚੋਂ ਜਦੋਂ ਪੈਤ ਖੰਡ ਆਉਂਦੇ ਨੇ, ਜੰਮੂ ਤੋਂ ਲਾਹੌਰ, ਲਾਹੌਰ ਤੋਂ ਸੁਲਤਾਨਪੁਰ, ਸੁਲਤਾਨਪੁਰ ਤੋਂ ਤਲਵੰਡੀ ਪਹੁੰਚੇ ਨੇ। ਸਤਿਗੁਰੂ ਆਪਣੇ ਘਰ ਨਹੀਂ ਗਏ, ਰਸਤੇ ਵਿੱਚ ਜਿਹੜਾ ਪਿੰਡ ਤੋਂ ਥੋੜੀ ਦੂਰੀ ਤੇ ਖੂਹ ਸੀ, ਸਤਿਗੁਰੂ ਉੱਥੇ ਰੁਕ ਗਏ। ਇੱਥੋਂ ਭਾਈ ਮਰਦਾਨਾ ਜੀ ਘਰ ਗਏ, ਪਰ ਇੱਕ ਮੁਹੂਰਤ 2 ਘੜੀਆਂ ਰੁਕਣ ਤੋਂ ਬਾਅਦ ਫਿਰ ਉਹ ਮਾਂ ਤ੍ਰਿਪਤਾ ਦੇ ਕੋਲ ਪਿਤਾ ਕਾਲੂ ਜੀ ਦੇ ਘਰ ਆਉਂਦੇ ਨੇ। ਮਾਂ ਤ੍ਰਿਪਤਾ ਬੜੀ ਬਹਿਬਲ ਹੋਈ। ਹੁਣ ਉਹ ਪੁੱਛਦੀ ਹੈ ਕਿ ਮੇਰਾ ਪੁੱਤਰ ਨਾਨਕ ਕਿੱਥੇ ਹੈ। ਇਹ ਅੱਗੋਂ ਕਹਿਣ ਲੱਗੇ ਜੀ ਮੈਨੂੰ ਤਾਂ ਪਤਾ ਹੀ ਨਹੀਂ। ਇਸ ਕਥਾ ਵਿੱਚ ਆਉਂਦਾ ਹੈ ਕਿ ਮਾਂ ਇਤਨੀ ਵਿਆਕਲ ਹੋਈ ਹੈ ਕਿ ਜਿਵੇਂ ਨੀਮ ਬੇਹੋਸ਼ੀ ਦੀ ਹਾਲਤ ਹੋ ਗਈ ਮਾਂ ਤ੍ਰਿਪਤਾ ਦੀ। ਫਿਰ ਜਦੋਂ ਆਪਣੀ ਸੁਰਤੀ ਨੂੰ ਸੰਭਾਲਿਆ, ਕਿਤਕ ਬਾਰ ਮੈਂ ਪੁਨ
ਸੁਧ ਆਈ ਲੋਚਨ ਤੇ ਆਂਸੁਣ ਜਲ ਜਾਈ। ਫਿਰ ਅੱਖਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਸੀ, ਅੱਖਾਂ ਦੇ ਵਿੱਚੋਂ ਜਲ ਵਗ ਰਿਹਾ ਸੀ। ਚਤਰ ਘਟੀ ਬੈਠਿਓ ਮਰਦਾਨਾ, ਪੁਨ ਉਠ ਚੱਲਿਓ ਪ੍ਰਭੂ ਜੈ ਥਾਨਾ। ਹੁਣ ਭਾਈ ਮਰਦਾਨਾ ਕਹਿਣ ਲੱਗਾ ਵੀ ਮਾਂ ਮੈਂ ਚੱਲਦਾ। ਤੇ ਦਾਸ ਨੇ ਕੱਲ ਇੱਥੇ ਕਥਾ ਨੂੰ ਰੋਕਿਆ ਸੀ ਵੀ ਜਿਹੜੀ ਮਾਂ ਹੁੰਦੀ ਹੈ, ਬੱਚੇ ਦੀਆਂ ਆਦਤਾਂ ਅਲਾਮਤਾਂ ਮਾਂ ਤੋਂ ਵੱਧ ਕੋਈ ਨਹੀਂ ਜਾਣਦਾ, ਬਾਪ ਵੀ ਨਹੀਂ ਜਾਣਦਾ। ਇਹ ਗੱਲ ਮੈਂ ਕੱਲ ਵੀ ਸਾਂਝੀ ਕੀਤੀ ਸੀ ਵੀ ਤੁਸੀਂ ਹੈਰਾਨਗੀ ਮਹਿਸੂਸ ਕਰੋਗੇ ਮਾਂ ਦੀ ਕਿੰਨੀ ਸੈਂਸ ਹੈ ਕਿ ਬੱਚੇ ਦੇ ਹਿੱਲਣ ਜੁਲਣ ਤੋਂ ਉਹਨੂੰ ਪਤਾ ਹੈ ਵੀ ਇਹਨੇ ਪਿਸ਼ਾਬ ਕਰਨਾ ਹੈ ਕਿ ਇਹਨੇ ਦੁੱਧ ਪੀਣਾ ਹੈ। ਸੁੱਤੇ ਪਏ ਬੱਚੇ ਦੇ ਹੀ ਉਹਨੂੰ ਸਮਝ ਹੈ। ਹੁਣ ਇਹ ਕਿਹੜੀ ਪੜ੍ਹਾਈ ਹੈ? ਨਹੀਂ, ਦੁਨੀਆ ਦੀ ਕਿਸੇ ਕਿਤਾਬ 'ਚ ਨਹੀਂ ਹੈਗੀ। ਇਹ ਸਿਰਫ ਮਾਂ ਨੂੰ ਹੀ ਪਤਾ ਹੈ। ਔਰ ਇਹ ਕਿਹਾ ਵੀ ਜਾਂਦਾ ਵੀ ਗੂੰਗੇ ਦੀਆਂ ਰਮਜਾਂ ਗੂੰਗੇ ਦੀ ਮਾਂ ਜਾਣਦੀ ਹੈ। ਜਿਹੜੇ ਬੱਚੇ ਸਾਰੀ ਜ਼ਿੰਦਗੀ ਨਹੀਂ ਬੋਲਦੇ ਹੁੰਦੇ, ਉਹਨਾਂ ਬੱਚਿਆਂ ਦੇ ਵੀ ਪ੍ਰਤੀ ਅਗਰ ਕਿਸੇ ਨੇ ਜਾਣਨਾ ਹੋਵੇ ਤਾਂ ਉਹਦੀ ਮਾਂ ਨੂੰ ਪੁੱਛ ਲਓ ਵੀ ਇਹ ਰੌਲਾ ਜਿਹਾ ਕਾਹਦਾ ਪਾਈ ਜਾਂਦਾ ਹੈ। ਮਾਂ ਦੱਸ ਦੇਗੀ ਵੀ ਇਹ ਕੀ ਕਹਿੰਦਾ ਤੇ ਕੀ ਬੋਲਦਾ, ਕੀ ਚਾਹੁੰਦਾ। ਜਦੋਂ ਮਾਤਾ ਨੇ ਵੇਖਿਆ ਕਿ ਇਹ ਕਹਿੰਦਾ ਵੀ ਮਾਤਾ ਮੈਂ ਤੇ ਚੱਲਿਆ, ਤੇ ਮਾਂ ਨੂੰ ਸਮਝ ਆ ਗਈ ਇਹ ਇਕੱਲਾ ਨਹੀਂ ਹੈ, ਇਹਦੇ ਨਾਲ ਮੇਰਾ ਪੁੱਤਰ ਨਾਨਕ ਵੀ ਹੈ। ਵਹਿਰ ਚੱਲਿਓ ਉਠ ਤੂਰਨ ਜਹਿਵਾ, ਹੋਏ ਆਤਮਜ ਮੇਰੋ ਤੈਵਾ, ਬਹੁ ਦਿਨ ਬੀਤੇ ਆਇਓ ਘਰ ਮਾਹੀ, ਬਾਸਰ ਰਹਿਓ ਏਕ ਭੀ ਨਾਹੀ। ਇਹ ਕਿਵੇਂ ਹੋ ਸਕਦਾ ਵੀ ਜੇ ਇਕੱਲਾ ਹੀ ਆਉਂਦਾ, ਜੇ ਮੇਰੇ ਪੁੱਤਰ ਨਾਨਕ ਨੂੰ ਛੱਡ ਕੇ ਆਉਂਦਾ ਤੇ ਕੋਈ ਇੱਕ ਦਿਨ ਤੇ ਘਰ ਰਹਿੰਦਾ, ਕੋਈ 2 ਦਿਨ ਰਹਿੰਦਾ, ਕੋਈ ਮਹੀਨਾ ਰਹਿੰਦਾ। ਹੁਣੇ ਆਇਆ ਤੇ ਹੁਣੇ ਚੱਲਿਆ, ਇਹਦਾ ਅਰਥ ਇਕੱਲਾ ਹੈ ਨਹੀਂ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਜਿਹੜੀ ਸਾਡੀ ਪੁਲਿਸ ਹੈ ਨਾ ਇੰਡੀਆ ਦੀ, ਇਹ 3rd ਕਲਾਸ ਸਿਸਟਮ ਹੈ ਇਹਦਾ। ਇਹ ਬੰਦੇ ਨੂੰ ਕੁੱਟਣ ਤੋਂ ਬਾਅਦ ਦੱਸਦੇ ਨੇ ਵੀ ਇਹ ਚੋਰ ਹੈਗਾ ਕਿ ਨਹੀਂ ਹੈਗਾ। ਇਹਨਾਂ ਨੂੰ ਆਪ ਨੂੰ ਕੋਈ ਅਕਲ ਨਹੀਂ ਹੈਗੀ। ਪਰ ਫੌਰਨ ਦੀ ਪੁਲਿਸ ਵਿੱਚ ਬੜਾ ਫਰਕ ਹੈ। ਈਵਨ ਇੱਥੇ ਵੀ ਇੰਟੈਲੀਜੈਂਸੀਆਂ ਹੈਗੀਆਂ ਨੇ। ਮੈਂ ਕੱਲ CBI ਦਾ ਜ਼ਿਕਰ ਵੀ ਕੀਤਾ ਸੀ ਕਿ ਉਹ ਕਹਿੰਦੇ ਨੇ ਕਿ ਜਿੰਨਾ ਪ੍ਰਾਇਮਰੀ ਦੀ ਪੜ੍ਹਾਈ ਔਰ ਯੂਨੀਵਰਸਿਟੀ ਦੀ ਪੜ੍ਹਾਈ ਹੈ, ਕਹਿੰਦੇ ਸਾਡੇ ਔਰ ਇਹਨਾਂ ਦੇ ਸਮਝਣ ਵਿੱਚ ਇੰਨਾ ਫਰਕ ਹੈ। ਕਹਿੰਦੇ ਅਸੀਂ ਕਿਸੇ ਨੂੰ ਕੁੱਟਦੇ ਮਾਰਦੇ ਨਹੀਂ, ਕੱਢ ਅਸੀਂ ਸਭ ਕੁਝ ਲੈਂਦੇ ਹਾਂ। ਮਾਂ ਤ੍ਰਿਪਤਾ ਨੂੰ ਸਮਝ ਆ ਗਈ ਕਿ ਜਿਹੜਾ ਇੱਕ ਦਿਨ ਵੀ ਘਰ ਨਹੀਂ ਰੁਕਿਆ, ਇੱਕ ਰਾਤ ਵੀ ਘਰ ਨਹੀਂ ਰੁਕਿਆ ਤੇ ਉੱਠ ਕੇ ਤੁਰ ਪਿਆ, ਇਹਦਾ ਅਰਥ ਇਕੱਲਾ ਨਹੀਂ ਹੈਗਾ। ਇੱਥੋਂ ਕੱਲ ਆਪਾਂ ਨੇ ਕਥਾ ਛੱਡੀ ਸੀ, ਅੱਗੇ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਇਸ ਬਿਦ ਜਨਨੀ ਮਨ ਗੁਣਤ, ਮਧੁਰ ਅਸਨ ਲੈ ਓਲ। ਇਸ ਤਰ੍ਹਾਂ ਜਿਹੜੀ ਮਾਂ ਤ੍ਰਿਪਤ ਹੈ, ਉਹਨੇ ਕੀ ਕੀਤਾ? ਉਹਨੇ ਬੜੀ ਜਲਦੀ ਕੀਤੀ। ਬੜੀ ਜਲਦੀ ਦੇ ਨਾਲ ਮਦਰ ਅਸਨ ਲੈ ਓਲ, ਆਪਣੇ ਕੋਲ ਜਿਹੜੇ ਘਰ ਵਿੱਚ ਪਦਾਰਥ ਉਸ ਵੇਲੇ ਮੌਜੂਦ ਸੀ, ਹੁਣ ਨਾ ਤਾਂ ਬਣ ਸਕਦੇ ਸੀ, ਨਾ ਹੀ ਐਡੀ ਛੇਤੀ ਬਣਾਏ ਜਾ ਸਕਦੇ ਸੀ। ਜੋ ਵੀ ਘਰ ਵਿੱਚ ਖਾਣ ਵਾਸਤੇ ਮਿੱਠਾ ਸੀ, ਉਹ ਮਾਂ ਤ੍ਰਿਪਤਾ ਨੇ ਚੁੱਕ ਲਿਆ। ਹਾਂਜੀ। ਤੂਰਨ ਗਵਣੀ ਧਾਏ ਕਰ, ਲੀਨਹਿ ਰੁਚਰ ਨਿਚੋਲ। ਇਸੇ ਤਰ੍ਹਾਂ ਮਾਂ ਨੇ ਉਹ ਬਸਤਰ ਵੀ ਲੈ ਲਏ,
ਜਿਹੜੇ ਆਪਣੇ ਪੁੱਤਰ ਵਾਸਤੇ ਬਣਾ ਕੇ ਰੱਖੇ ਸੀ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਪਰਸੋਂ ਚੌਥ ਦੀ ਗੱਲ ਹੈ, ਮੈਂ ਕਿਸੇ ਆਪਣੇ ਮਿੱਤਰ ਦੇ ਬਰੀਣੇ ਤੇ ਗਿਆ। ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਸੀ ਵੀ ਮੈਂ ਉਹਨੂੰ ਯਾਦ ਨਹੀਂ ਕਰਨਾ ਚਾਹੁੰਦਾ, ਮੈਂ ਉਹਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜਦੋਂ ਮੈਂ ਉਹਦੀ ਫੋਟੋ ਵੇਖਦਾ, ਉਹਦੀ ਮੈਂ ਗੱਲ ਕਰਦਾ, ਉਦੋਂ ਮੈਨੂੰ ਮਲੱਖਾਂ 'ਚ ਮੇਰੇ ਪਾਣੀ ਆ ਜਾਂਦਾ ਹੈ। ਮੈਂ ਕਿਹਾ ਮੈਂ ਗੱਲ ਨਹੀਂ ਕਰਨੀ ਚਾਹੁੰਦਾ। ਤੁਸੀਂ ਯਕੀਨ ਕਰਨਾ, ਜ਼ਿੰਦਗੀ ਦੇ ਮਤਲਬ ਅੱਧੀ ਸਦੀ ਬੀਤ ਗਈ ਹੈ, ਹੁਣ ਜਾ ਕੇ ਸਮਝ ਆਈ ਹੈ ਕਿ ਜਿਹੜੇ ਆਪਣੇ ਹੁੰਦੇ ਨੇ ਉਹਨਾਂ ਨੂੰ ਯਾਦ ਨਹੀਂ ਕਰਨਾ ਪੈਂਦਾ, ਉਹਨਾਂ ਨੂੰ ਭੁਲਾਉਣਾ ਪੈਂਦਾ ਵੀ ਕਿਸੇ ਤਰ੍ਹਾਂ ਭੁੱਲ ਜਾਣ। ਜੇ ਨਹੀਂ ਭੁੱਲਣਗੇ ਤੇ ਬਹੁਤ ਦੁੱਖ ਦੇਣਗੇ ਤੁਹਾਨੂੰ। ਕੋਈ ਵੀ ਵਿਅਕਤੀ ਜਿਹੜਾ ਤੁਹਾਡਾ ਆਪਣਾ ਤੁਹਾਡੇ ਤੋਂ ਵਿਛੜਿਆ, ਜਦੋਂ ਤੁਸੀਂ ਵਿਹਲੇ ਬੈਠੋਗੇ, ਇਕੱਲੇ ਬੈਠੋਗੇ, ਉਹਦਾ ਖਿਆਲ ਆਏਗਾ, ਉਦੋਂ ਹੀ ਤੁਸੀਂ ਵਿਆਕਲ ਹੋਵੋਗੇ, ਬਹਿਬਲ ਹੋਵੋਗੇ। ਇਸ ਤੋਂ ਅੱਗੇ ਚੱਲੀਏ ਆਪਾਂ। ਹੁਣ ਜਿਹੜੇ ਆਪਣੇ ਹੁੰਦੇ ਨੇ, ਅਸੀਂ ਆਪਣਿਆਂ ਲਈ ਕਲੈਕਸ਼ਨ ਕਰਦੇ ਹਾਂ। ਇਹ ਬਗਾਨੇ ਹੁੰਦੇ ਨੇ ਵੀ ਹੁਣੇ ਆ ਗਏ ਜੀ, ਇਹਨੂੰ ਕੀ ਦੇਣਾ ਜੀ। ਆਪਣਿਆਂ ਵਾਸਤੇ ਹੁਣ ਜਿਵੇਂ ਤੁਹਾਡੇ ਘਰ ਕੋਈ ਬੱਚਾ ਹੋਇਆ, ਤੁਸੀਂ ਉਦੋਂ ਹੀ ਚੀਜ਼ਾਂ ਲੈ ਕੇ ਰੱਖ ਲੈਣੀਆਂ ਨੇ ਵੀ ਜਦੋਂ ਆਵੇਗਾ ਜਾਂ ਜਦੋਂ ਮੈਂ ਜਾਵਾਂਗਾ ਤਾਂ ਮੈਂ ਇਹ ਦੇਣਾ ਹੈ, ਮੈਂ ਇਹ ਲੈਣਾ ਹੈ, ਇਹ ਕਰਨਾ ਹੈ। ਮਾਂ ਤ੍ਰਿਪਤਾ ਨੇ ਚੋਲਾ ਬਣਾ ਕੇ ਰੱਖਿਆ ਸੀ, ਉਹ ਵੀ ਚੁੱਕ ਲਿਆ। ਇਸ ਬਿਦ ਜਨਨੀ ਮਨ ਗੁਣ ਮਨ ਗੁਣਤ ਮਦਰ ਅਸਨ ਲੈ ਓਲ ਤੂਰਨ ਗਵਣੀ ਧਾਏ ਕਰ ਲੀਲੇ ਰੁਚਰ ਨਿਚੋਲ। ਬਸਤਰ ਵੀ ਚੁੱਕ ਲੈ, ਜੋ ਖਾਣ ਵਾਸਤੇ ਸੀ ਉਹ ਵੀ ਚੁੱਕ ਲਿਆ, ਤੇ ਮਰਦਾਨੇ ਦੇ ਮਗਰ ਦੌੜੀ ਹੈ, ਭੱਜੀ ਹੈ ਬਜ਼ੁਰਗ ਮਾਤਾ। ਹਾਂਜੀ। ਮਿਲੀ ਗੈਲ ਮਹਿ ਜਹਿ ਮਰਦਾਨਾ, ਆਤੁਰ ਹੋਵੇ ਕਰ ਬਚਨ ਬਖਾਨਾ। ਭਾਈ ਮਰਦਾਨੇ ਨੂੰ ਰਸਤੇ ਵਿੱਚ ਜਾ ਮਿਲੀ ਤੇ ਬੜੀ ਆਤੁਰ ਜੀ ਹੋ ਕੇ, ਬੜੀ ਦੁਖੀ ਜੀ ਹੋ ਕੇ, ਬੜੇ ਦੁਖਤ ਹਿਰਦੇ ਨਾਲ ਇੱਕ ਵਾਸਤਾ ਜਿਹਾ ਪਾਉਂਦੀ ਹੈ, ਤਰਲਿਆ ਜਿਹਾ ਲੈ ਕੇ ਕਹਿੰਦੀ ਹੈ, ਵੇ ਮਰਦਾਨਿਆ ਮੇਰੀ ਬੁੱਢੜੀ ਦੀ ਗੱਲ ਤਾਂ ਸੁਣ। ਸੁਤ ਨਾਨਕ ਸੋ ਬੇਲੋ ਮੋਹ ਕੋ, ਸੁਧ ਮਰਦਾਨੇ ਹੈ ਕਹੋ ਤੋ ਕੋ। ਆਖਿਆ ਪੁੱਤਰ ਇੱਕ ਵਾਰੀ ਮੈਨੂੰ ਆਪਣੇ ਪੁੱਤਰ ਨਾਨਕ ਨਾਲ ਮਿਲਾ ਦੇ, ਤੈਨੂੰ ਪਤਾ ਹੈ ਉਹ ਕਿੱਥੇ ਹੈ, ਤੈਨੂੰ ਸਾਰੀ ਸੁੱਧ ਹੈ, ਸਾਰੀ ਖਬਰ ਹੈ, ਤੇਰੇ ਤੋਂ ਕੋਈ ਗੁੱਝੀ ਛੰਨੀ ਗੱਲ ਨਹੀਂ ਹੈ, ਤੇ ਤੂੰ ਆਪਣੀ ਇਸ ਬੁੱਢੜੀ ਮਾਂ ਤੇ ਇੱਕ ਦਇਆ ਕਰ, ਤਰਸ ਕਰ, ਤੇ ਮੈਨੂੰ ਮੇਰੇ ਪੁੱਤਰ ਨਾਨਕ ਨਾਲ ਮਿਲਾ ਦੇ। ਬਹੁਤ ਬਰਖ ਭੇ ਦੇਖਿਓ ਨਾਹੀ, ਮੋਹ ਵੱਡਿਓ ਅਤਿਸ਼ੈ ਮਨ ਮਾਹੀ। ਬਹੁਤ ਬਰਖ ਭੇ ਦੇਖਿਓ ਨਾਹੀ, ਕਈ ਸਾਲ ਹੋ ਸਕਦੇ 12-13 ਸਾਲ ਹੀ ਹੋ ਗਏ ਹੋਣ। ਮਾਂ ਕਹਿੰਦੀ ਮੈਂ ਵੇਖਿਆ ਹੀ ਨਹੀਂ। ਹੁਣ ਇਹਨੂੰ ਕਹਿੰਦੇ ਨੇ ਪ੍ਰੇਮ। ਇਹ ਜਿਹੜਾ ਅਸੀਂ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਨਾ, ਲੈਣ ਦੇਣ ਵਾਲਾ, ਇਹ ਪਿਆਰ ਨਹੀਂ ਹੈ, ਇਹਨੂੰ ਕਹਿੰਦੇ ਨੇ ਵਿਹਾਰ। ਤੁਸੀਂ ਮੈਨੂੰ ਗਿਫਟ ਦਿਓ ਮੈਂ ਤੁਹਾਨੂੰ ਦਿਆਂਗਾ, ਤੁਸੀਂ ਮੈਨੂੰ ਨਹੀਂ ਦਿਓਗੇ ਮੈਂ ਤੁਹਾਨੂੰ ਨਹੀਂ ਦਿਆਂਗਾ, ਤੁਸੀਂ ਮੈਨੂੰ ਸੱਦੋਗੇ ਮੈਂ ਤੁਹਾਨੂੰ ਸੱਦ ਲਵਾਂਗਾ, ਤੁਸੀਂ ਮੈਨੂੰ ਨਹੀਂ ਸੱਦੋਗੇ ਮੈਂ ਤੁਹਾਨੂੰ ਨਹੀਂ ਸੱਦਾਂਗਾ। ਇਹ ਵਿਹਾਰ ਹੈ, ਇਹਨੂੰ ਪਿਆਰ ਨਹੀਂ ਕਹਿੰਦੇ। ਦੇਖੋ ਜਿਹੜੀ ਪਿਆਰ ਦੀ ਪੱਧਤੀ ਹੈ ਨਾ, ਇਹ ਗੁਰੂ ਦੇ ਕੋਲੋਂ ਸੁਣਨ ਦੀ ਲੋੜ ਹੈ। ਸਾਚ ਕਹੂੰ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਇਹ ਹੈ ਕਿ ਤੁਸੀਂ ਗੁਰੂ ਦੇ ਦਰਸ਼ਨ ਕਰਨ ਆਉਣਾ, ਤੇ ਸੌਦੇਬਾਜ਼ੀ ਇਹ ਹੈ ਕਿ ਕਿਹੜੇ ਗੁਰਦੁਆਰੇ ਜਾਣਾ ਹੈ, ਕਿੰਨੇ ਦਿਨ ਜਾਣਾ ਹੈ,
ਕਿਹੜਾ ਪਾਠ ਕਰਨਾ ਹੈ, ਕਿੰਨੇ ਦਿਨ ਕਰਨਾ ਹੈ, ਇਹ ਵਪਾਰ ਹੈ, ਇਹ ਪਿਆਰ ਨਹੀਂ ਹੈ, ਇਹ ਸੌਦੇਬਾਜ਼ੀ ਹੈ। ਜਿੱਥੇ ਤੁਹਾਡਾ ਪਿਆਰ ਹੋਏਗਾ ਉੱਥੇ ਸਿਰਫ ਤੁਹਾਨੂੰ ਮਿਲਣ ਦੀ ਤਾਂਘ ਹੋਏਗੀ, ਵੇਖਣ ਦੀ। ਭਾਈ ਵੀਰ ਸਿੰਘ ਕਹਿੰਦੇ ਨੇ, ਹੋਵੇ ਪਿਆਰ ਤੇ ਪਿਆਰੜਾ ਪਾਸ ਵਸੇ, ਕਦੇ ਅੱਖੀਆਂ ਤੋਂ ਨਾ ਹੋਏ ਓਲੇ। ਉਹ ਕਾਹਦਾ ਤੁਹਾਡਾ ਪਿਆਰ ਹੈ ਜੀ, ਜਿਹੜਾ ਤੁਹਾਡੀਆਂ ਅੱਖਾਂ ਤੋਂ ਪਰੇ ਚਲਾ ਜਾਏ, ਜਿਹਦੀ ਤਸਵੀਰ, ਜਿਹਦੀ ਮੂਰਤ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ, ਸਮਝ ਲੈਣਾ ਉਹਦੇ ਨਾਲ ਤੁਹਾਨੂੰ ਪਿਆਰ ਹੈ। ਤੇ ਜਿਹੜਾ ਮਿਲ ਗਿਆ ਤੇ ਠੀਕ ਹੈ, ਨਾ ਮਿਲਿਆ ਤੇ ਤਾਂ ਵੀ ਠੀਕ ਹੈ, ਉਹ ਪਿਆਰ ਨਹੀਂ ਹੈ। ਉਹਨੂੰ ਪਿਆਰ ਦੀ ਸੰਗਤਾ ਨਹੀਂ ਦਿੱਤੀ ਜਾ ਸਕਦੀ। ਮਾਂ ਤ੍ਰਿਪਤਾ ਨੇ ਨਹੀਂ ਕਿਹਾ ਵੀ ਮੈਂ ਵੇਖਣਾ ਚਾਹੁੰਦੀ ਵੀ ਕੀ ਖੱਟ ਕਮਾ ਕੇ ਲਿਆਇਆ, ਵੀ ਘਰ ਤੇ ਹੈ ਕੁਝ ਨਹੀਂ ਤੇ ਉਹਦੇ ਕੋਲ ਹੋਏਗਾ, ਮੈਂ ਤੁਰੇ ਜਾਂਦੇ ਤੋਂ ਮਾਇਆ ਤੇ ਫੜ ਲਵਾਂ। ਕਹਿੰਦੀ ਨਹੀਂ ਮਰਦਾਨਿਆ, ਬਹੁਤ ਬਰਖ ਭੇ ਦੇਖਿਓ ਨਾਹੀ, ਮੈਂ ਤੇ ਵੇਖਿਆ ਹੀ ਨਹੀਂ, ਮੈਂ ਵੇਖਣਾ ਚਾਹੁੰਦੀ ਹਾਂ। ਔਰ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਜਿਹੜਾ ਤੁਹਾਨੂੰ ਮਿਲ ਕੇ ਖੁਸ਼ ਨਹੀਂ ਹੋਇਆ, ਇਹ ਯਾਦ ਰੱਖਣਾ, ਜਿਹੜਾ ਤੁਹਾਨੂੰ ਵੇਖ ਕੇ ਖੁਸ਼ ਨਹੀਂ ਹੋਇਆ, ਮਿਲ ਕੇ ਖੁਸ਼ ਨਹੀਂ ਹੋਇਆ, ਮਤ ਸੋਚਣਾ ਤੁਹਾਡੇ ਪਨੀਰ ਦੇ ਪਕੌੜੇ ਖਾ ਕੇ ਖੁਸ਼ ਹੋ ਜਾਏਗਾ। ਇਸ ਭੁਲੇਖੇ 'ਚ ਕਦੇ ਨਾ ਰਹਿਣਾ। ਜਿੱਥੇ ਤੁਹਾਡਾ ਬਹੁਤ ਪ੍ਰੇਮ ਹੋਏਗਾ, ਪਤਾ ਜਦੋਂ ਤੁਹਾਨੂੰ ਬੰਦਾ ਮਿਲੇਗਾ ਕੀ ਕਹੇਗਾ, ਉਹ ਕਹੇਗਾ ਇੱਥੇ ਮੇਰੇ ਕੋਲ ਬਹਿ ਜਾ। ਤੁਸੀਂ ਕਹਿਣਾ ਮੈਂ ਚਾਹ ਬਣਾਉਣਾ, ਮੈਂ ਤੁਹਾਡੇ ਲਈ ਕੁਝ ਖਾਣ ਲਈ ਲਿਆਉਣਾ, ਉਹਨੇ ਫਿਰ ਕਹਿਣਾ ਨਾ ਵੇਖ ਮੇਰੇ ਕੋਲ ਟਾਈਮ ਥੋੜ੍ਹਾ ਹੈ, ਤੂੰ ਟਾਈਮ ਖਰਾਬ ਨਾ ਕਰ, ਤੂੰ 2 ਮਿੰਟ ਬੈਠ, ਆਪਾਂ ਗੱਲਾਂ ਕਰਦੇ। ਇਹਨੂੰ ਪਿਆਰ ਕਹਿੰਦੇ ਨੇ। ਮਤਲਬ ਜਿਹੜੀ ਦੁਨੀਆ ਵਿੱਚ ਅੱਜ ਅਸੀਂ ਚਲੇ ਗਏ ਹਾਂ, ਉੱਥੇ ਕੋਈ ਪਿਆਰ ਸ਼ਬਦ ਜਿਹੜਾ ਹੈ ਨਾ, ਉਹਦੀ ਪਰਿਭਾਸ਼ਾ ਹੀ ਖਤਮ ਹੋ ਗਈ ਹੈ। ਇਹਨੂੰ ਪਿਆਰ ਨਹੀਂ ਕਹਿੰਦੇ। ਪਿਆਰ ਦਾ ਅਰਥ ਸਿਰਫ ਇੰਨਾ ਹੀ ਹੈ ਕਿ ਜਿਹਦੇ ਦੀਦਾਰ ਕਰਨ ਵਾਸਤੇ ਵੀ ਤੁਸੀਂ ਬਾਈਬਲ ਹੁੰਦੇ ਹੋ। ਹੁਣ ਵੇਖੋ ਸ਼ਬਦ ਕੀ ਹੈ, ਰਤੇ ਇਸ਼ਕ ਖੁਦਾਏ, ਕੀ ਅੱਗੇ, ਰੰਗ ਦੀਦਾਰ ਕੇ, ਸਿਰਫ ਦਰਸ਼ਨਾਂ ਵਾਸਤੇ। ਕੋਈ ਹੋਰ ਭੁੱਖ ਨਹੀਂ ਹੈ, ਕੋਈ ਤਰੇ ਨਹੀਂ ਹੈ, ਕੋਈ ਲਾਲਚ ਹੀ ਨਹੀਂ ਹੈ, ਕੋਈ ਇੱਛਾ ਹੀ ਨਹੀਂ ਹੈ। ਮਾਂ ਤ੍ਰਿਪਤਾ ਕਹਿੰਦੀ ਮਰਦਾਨਿਆ, ਮੈਨੂੰ ਵੇਖੇ ਨੂੰ ਬਹੁਤ ਚਿਰ ਹੋ ਗਿਆ, ਬਹੁਤ ਬਰਖ ਭੇ ਦੇਖਿਓ ਨਾਹੀ, ਮੋਹ ਬੜਿਓ ਅਤ ਸ਼ੈ ਮਨ ਮਾਹੀ। ਤੇ ਹੁਣ ਮੈਨੂੰ ਇਦਾਂ ਲੱਗਦਾ ਵੀ ਜੇ ਮੈਂ ਨਾ ਵੇਖਿਆ ਤੇ ਮੈਂ ਜਿਉਂਦੀ ਨਹੀਂ ਰਹਿ ਸਕਾਂਗੀ। ਸੁਣ ਮਰਦਾਨੇ ਤੂਸ਼ਣ ਕੀਨੰ, ਗੁਰ ਭੈ ਲਖਿਓ ਨਾ ਉਤਰ ਦੀਨੰ। ਭਾਈ ਮਰਦਾਨਾ ਚੁੱਪ। ਹੁਣ ਬਾਬੇ ਨਾਨਕ ਨੇ ਕਹਿ ਕੇ ਭੇਜਿਆ ਸੀ ਵੀ ਮਰਦਾਨਿਆਂ ਦੱਸਣਾ ਨਹੀਂ, ਤੂੰ ਇਹ ਨਹੀਂ ਦੱਸਣਾ ਕਿ ਅਸੀਂ ਤੇਰੇ ਨਾਲ ਆਏ ਆ ਜਾਂ ਅਸੀਂ ਇੱਥੇ ਹੈਗੇ ਆ। ਹੁਣ ਉਹ ਗੁਰੂ ਦੇ ਵਚਨਾਂ ਦੇ ਵਿੱਚ ਬੱਧਾ ਹੋਇਆ। ਹੁਣ ਮਾਂ ਤ੍ਰਿਪਤਾ ਦੇ ਅੱਗੇ ਬੋਲਦਾ ਕੁਝ ਨਹੀਂ ਹੈ। ਗੁਰ ਭੈ ਲਖਿਓ ਨਾ ਉਤਰ ਦੀਨ, ਗੁਰੂ ਦੇ ਭੈ ਵਿੱਚ, ਅਦਬ ਵਿੱਚ ਡਰਿਆ ਹੋਇਆ ਉਹ ਮਾਂ ਤ੍ਰਿਪਤਾ ਨੂੰ ਦੱਸਦਾ ਹੀ ਕੁਝ ਨਹੀਂ ਹੈ। ਹਾਂਜੀ। ਜਨਨੀ ਜਾਣ ਗਈ ਤਹਿ ਬਾਤਾ, ਚੱਲੀ ਤਬੇ ਤਹਿ ਕੇ ਪਸਚਾਤਾ। ਮਾਂ ਨੂੰ ਸਮਝ ਆ ਗਈ ਕਿ ਬੋਲੇ ਜਾਂ ਨਾ ਬੋਲੇ ਇਹ ਜਾਏਗਾ ਤਾਂ ਉੱਥੇ ਹੀ। ਤੁਹਾਨੂੰ ਪਤਾ ਹੈ ਕੁਝ ਪੈੜਾਂ ਇਦਾਂ ਦੀਆਂ ਵੀ ਹੁੰਦੀਆਂ ਨੇ, ਕੁਝ ਗੱਲਾਂ ਸੁਭਾਵਿਕ ਹੁੰਦੀਆਂ ਨੇ। ਗੁਰੂ ਅਮਰਦਾਸ ਜਿਨ੍ਹਾਂ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪੁੱਤਰ ਨੇ ਲੱਤ ਮਾਰ ਦਿੱਤੀ। ਇਹਦੀ ਆਵਾਜ਼ ਵਧਾ ਦਿਓ, ਮੈਂ ਤਾਂ ਕਿੰਨੇ ਵਾਰੀ ਕਹਿ ਬੈਠਾ। ਉੱਥੇ ਹੈ ਨਹੀਂ ਕੋਈ ਵੀ। ਅਰਦਾਸ ਕਰੋ ਮੇਰੀ ਆਵਾਜ਼ ਵਧਾ ਦੇਣਾ, ਕਿਉਂਕਿ ਮੈਂ ਨਾ ਟੀਵੀ ਲੱਗੇ ਨੇ ਇਸ਼ਾਰਾ ਜਿਹਾ ਕਰੀ ਜਾਣਾ।
ਨਤੀਜਾ ਹੀ ਨਿਕਲਦਾ ਵੀ 50 ਕੁ ਮਿੰਟਾਂ ਬਾਅਦ ਮੇਰਾ ਗਲਾ ਉੱਦਾਂ ਹੀ ਬੈਠ ਜਾਂਦਾ ਹੈ। ਇਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਹੁਣ ਤੇ ਚੁੱਪ ਕਰੇਗਾ ਹੀ ਨਾ। ਅਬ ਜਦੋਂ ਗਲਾ ਹੀ ਬਹਿ ਗਿਆ ਤੇ ਹੁਣ ਤੇ ਹਟੇਗਾ, ਉੱਦਾਂ ਤੇ ਹਟਦਾ ਨਹੀਂ ਹੈ। ਵਾਹਿਗੁਰੂ ਇਹਨਾਂ ਨੂੰ ਸਮੱਤ ਬਖਸ਼ਣ। ਮੈਂ ਤਾਂ ਰੋਜ਼ ਹੀ ਇੱਥੇ ਬੈਠ ਕੇ ਹੀ ਇਹਨਾਂ ਨੂੰ ਕਹਿਣਾ, ਵੇਖੋ ਇਹਨੇ ਇੱਥੇ ਆ ਕੇ ਵੇਖਣਾ ਨਹੀਂ ਹੈ ਵੀ ਆਵਾਜ਼ ਆਉਂਦੀ ਕਿ ਨਹੀਂ ਆਉਂਦੀ। ਗੁਰੂ ਅੰਗਦ ਸਾਹਿਬ ਦੇ ਪੁੱਤਰ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰ ਕੇ ਸਿੰਘਾਸਣ ਤੋਂ ਥੱਲੇ ਸੁੱਟ ਦਿੱਤਾ। ਉਹਨਾਂ ਨੇ ਆਪਣੇ ਆਪ ਨੂੰ ਸੰਭਾਲਿਆ। ਆਪਣੇ ਆਪ ਨੂੰ ਸੰਭਾਲ ਕੇ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾ ਪੈਰ ਫੜ ਲਿਆ ਤੇ ਪੁੱਛਿਆ, ਮੇਰਾ ਸਰੀਰ ਬਜ਼ੁਰਗ ਹੈ, ਮੇਰਾ ਸਰੀਰ ਹੱਡੀਆਂ ਦੀ ਮੁੱਠ ਹੈ। ਸ਼ਾਇਦ ਆਪ ਜੀ ਨੇ ਕਦੇ ਸੁਣਿਆ ਹੋਵੇਗਾ ਕਿ ਗੁਰੂ ਅਮਰਦਾਸ ਜੀ ਸਾਡੇ ਵਾਂਗੂ ਬਹੁਤ ਨਹੀਂ ਸੀ ਖਾਂਦੇ, ਲੂਣਾ ਸਾਗ ਖਾਂਦੇ ਸੀ। ਜਿਹਦੇ ਵਿੱਚ ਨਮਕ ਵੀ ਨਾ ਹੋਵੇ। ਬੜਾ ਸਰੀਰ ਪਤਲਾ ਸੀ। ਕਹਿਣ ਲੱਗੇ, ਮੇਰਾ ਸਰੀਰ ਹੱਡੀਆਂ ਦੀ ਮੁੱਠ ਹੈ, ਤੁਹਾਡੇ ਪੈਰ ਕੋਮਲ ਨੇ ਤੇ ਸੱਟ ਤੇ ਨਹੀਂ ਲੱਗੀ, ਦਰਦ ਤੇ ਨਹੀਂ ਹੋਈ, ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ। ਤੇ ਗੁਰੂ ਅੰਗਦ ਸਾਹਿਬ ਦੇ ਪੁੱਤਰ ਕਹਿਣ ਲੱਗੇ ਵੀ ਸੇਵਾ ਕੀ ਕਰਨੀ ਹੈ, ਇਹ ਸਾਡੇ ਪਿਓ ਦੀ ਗੱਦੀ ਹੈ, ਸਾਡੇ ਫਾਦਰ ਦੀ, ਸਾਡੇ ਪਿਤਾ ਦੀ, ਤੇ ਤੁਸੀਂ ਸਾਡੇ ਘਰ ਪਾਣੀ ਢੋਣ ਆਏ ਸੀ, ਸਾਡੇ ਪਿਤਾ ਨੂੰ ਇਸ਼ਨਾਨ ਕਰਾਉਂਦੇ ਹੁੰਦੇ ਸੀ, ਤੇ ਹੁਣ ਉਹ ਚਲੇ ਗਏ ਨੇ ਤੇ ਤੁਸੀਂ ਵੀ ਜਾਓ, ਸਾਡੀ ਗੱਦੀ ਸਾਨੂੰ ਦਿਓ। ਉਹ ਕਹਿਣ ਲੱਗੇ ਜੀ ਠੀਕ ਹੈ, ਤੁਸੀਂ ਆਪਣੀ ਗੱਦੀ ਸੰਭਾਲੋ। ਉਹ ਚਲੇ ਗਏ। ਹੁਣ ਲੱਭਦੇ ਨਹੀਂ। ਸੰਗਤ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਵੀ ਗੁਰੂ ਸਾਹਿਬ ਨੂੰ ਲੱਭਿਆ ਜਾਏ। ਹੁਣ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਲੱਭਿਆ, ਤੇ ਲੱਭਣ ਦਾ ਤਰੀਕਾ ਕੀ ਲੱਭਿਆ ਪਤਾ ਤੁਹਾਨੂੰ? ਲੱਭਣ ਦਾ ਤਰੀਕਾ ਇਹ ਲੱਭਿਆ ਕਿ ਜਿਹੜੀ ਗੁਰੂ ਸਾਹਿਬ ਦੀ ਘੋੜੀ ਸੀ ਉਹਨੂੰ ਖੁੱਲਾ ਛੱਡ ਦਿੱਤਾ, ਤੇ ਘੋੜੀ ਉੱਥੇ ਪਹੁੰਚ ਗਈ ਜਿੱਥੇ ਮਾਲਕ ਸੀ। ਭਾਈ ਮਰਦਾਨੇ ਨੂੰ ਜਾਂਦਾ ਵੇਖ ਮਾਂ ਨੂੰ ਸਮਝ ਆ ਗਈ ਵੀ ਜਾਏਗਾ ਤੇ ਘੁੰਮ ਘੁਮਾ ਕੇ ਉੱਥੇ ਹੀ। ਮਾਂ ਜਿਹੜੀ ਹੈ ਉਹ ਇਸ ਦੀ ਗੈਲ ਚੱਲ ਪਈ। ਜਨਨੀ ਜਾਣ ਗਈ ਤਿਹ ਬਾਤਾ, ਚੱਲੀ ਤਬੈ ਤਿਹ ਕੇ ਪਛਾਤਾ। ਉਹਦੇ ਮਗਰ ਮਗਰ ਤੁਰੀ ਜਾਂਦੀ ਹੈ। ਜਹ ਬੈਠੇ ਬੇਦੀ ਕੁਲ ਦੀਪਾ, ਪਹੁੰਚਤ ਭੇ ਤਹ ਕੂਪ ਸਮੀਪਾ। ਹੌਲੀ ਹੌਲੀ ਭਾਈ ਮਰਦਾਨਾ ਉਸ ਖੂਹ ਦੇ ਲਾਗੇ ਪਹੁੰਚ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਠਹਿਰੇ ਸਨ। ਮਾਤ ਬਿਲੋਹ ਕੀ ਦੂਰ ਤੇ, ਤੂਰਨ ਉਠ ਸੁਖ ਦਾਏ। ਜਦੋਂ ਗੁਰੂ ਨਾਨਕ ਸਾਹਿਬ ਨੇ ਮਾਂ ਤ੍ਰਿਪਤਾ ਨੂੰ ਵੇਖਿਆ, ਉੱਠ ਪਏ। ਅੱਗੋਂ ਜਾ ਕੇ ਆਪਣੀ ਜਨਨੀ ਮਾਂ ਨੂੰ ਮੱਥਾ ਟੇਕਿਆ, ਉਹਨਾਂ ਦੇ ਪੈਰਾਂ ਤੇ ਜਾ ਕੇ ਨਮਸਕਾਰ ਕੀਤੀ। ਚਰਨ ਬੰਦਨਾ ਸੀਸ ਧਰ, ਕੀਨੀ ਆਗੇ ਆਏ। ਜਦੋਂ ਮੱਥਾ ਟੇਕਿਆ, ਸਿਰ ਆਪਣਾ ਸੀਸ ਮਾਂ ਜਨਨੀ ਦੇ ਚਰਨਾਂ ਤੇ ਰੱਖ ਦਿੱਤਾ। ਹਾਂਜੀ। ਕੌਰੀ ਭਰ ਨਾਨਕ ਕੋ ਜਨਨੀ, ਰੋਦਨ ਕਰਤ ਨ ਜਾਈ ਗਨਨੀ। ਮਾਂ ਤ੍ਰਿਪਤਾ ਨੇ ਆਪਣੇ ਪੁੱਤਰ ਨੂੰ ਆਪਣੀਆਂ ਬਾਹਾਂ ਵਿੱਚ, ਗਲਵਕੜੀ ਵਿੱਚ ਘੁੱਟ ਲਿਆ, ਕੌਰੀ ਭਰ ਲਈ। ਇਹ ਵੀ ਇੱਕ ਇਲਾਕੇ ਦੀ ਬੋਲੀ ਹੈ। ਕੁੱਟ ਕੇ ਜੱਫੀ ਪਾ ਕੇ ਮਾਂ ਤ੍ਰਿਪਤਾ ਰੋਣ ਲੱਗ ਗਈ, ਕਿਉਂਕਿ ਬਿਰਹਾ ਸੀ,
ਪੁੱਤਰ ਨੂੰ ਮਿਲਣ ਦੀ ਜਿਹੜੀ ਮਮਤਾ ਸੀ, ਹੁਣ ਉਹਦਾ ਜਵਾਲਾ ਫੁੱਟ ਪਿਆ। ਮਾਂ ਤ੍ਰਿਪਤਾ ਆਪਣੇ ਪੁੱਤਰ ਨੂੰ ਆਪਣੀ ਬੁੱਕਲ ਵਿੱਚ ਲੈ ਕੇ, ਆਪਣੀ ਗਲਵਕੜੀ ਵਿੱਚ ਲੈ ਕੇ ਰੋਂਦੀ ਹੈ। ਚੱਲਿਓ ਬਿਲੋਚਨ ਤੇ ਬਹੁ ਨੀਰੰ, ਸੁਤ ਬਿਰਹਾ ਨਲ ਜਨ ਕਰ ਸਰੀਰੰ। ਕਹਿੰਦੇ ਨੇਤਰਾਂ ਤੋਂ ਇੰਨਾ ਜਲ ਵਗਿਆ, ਇੰਨਾ ਪਾਣੀ ਵਗਿਆ ਕਿ ਇਉਂ ਲੱਗਦਾ ਹੈ ਕਿ ਇਹ ਨੇਤਰਾਂ ਦਾ ਜਲ ਨਹੀਂ ਹੈ, ਇਹ ਤਾਂ ਕੋਈ ਵਿਛੋੜੇ ਦੀ ਅਗਨੀ ਹੈ ਜਿਹੜੀ ਬੜੀ ਪ੍ਰਚੰਡ ਹੋ ਕੇ ਪ੍ਰਗਟ ਹੋਈ ਹੈ। ਅਸ਼ੁਰਪਾਤ ਸੋ ਬਸਤਰ ਪਿਗੋਏ, ਜੋ ਦੇਖਤ ਸੋ ਗਦ ਗਦ ਹੋਏ। ਮਾਂ ਤ੍ਰਿਪਤਾ ਨੇ ਆਪਣੇ ਨੇਤਰਾਂ ਦੇ ਆਂਸੂਆਂ ਨਾਲ ਆਪਣੇ ਵੀ ਤੇ ਆਪਣੇ ਪੁੱਤਰ ਨਾਨਕ ਦੇ ਵੀ ਜਿਹੜੇ ਬਸਤਰ ਸੀ ਉਹ ਭਿਗੋ ਦਿੱਤੇ। ਤੇ ਕਵੀ ਜੀ ਕਹਿੰਦੇ ਨੇ ਜਿਸ ਨੇ ਵੇਖਿਆ ਉਹ ਵੀ ਇਸ ਮਲਾਪ ਤੋਂ ਗਦਗਦ ਹੋਇਆ। ਕੌਰੀ ਤੇ ਸੁਤ ਕੋ ਨਹਿ ਤਜਈ, ਅਦਕ ਬਿਰਹੋਂ ਤੇ ਮਿਲਤ ਨ ਰਜਈ। ਕੌਰੀ ਤੇ ਸੁਤ ਕੋ ਨਹਿ ਤਜਈ, ਆਪਣੀ ਗਲਵਕੜੀ ਚੋਂ ਮਾਂ ਛੱਡਣਾ ਨਹੀਂ ਚਾਹੁੰਦੀ। ਇਸ ਕਰਕੇ ਅਦਕ ਬਿਰਹੋ ਤੇ ਮਿਲਤ ਨਾ ਰਜੀ, ਮਾਂ ਰਾਜੀ ਨਹੀਂ ਰਹੀ। ਉਹਨਾਂ ਦੀ ਅੰਦਰ ਦੀ ਤ੍ਰਿਪਤੀ ਨਹੀਂ ਹੋ ਰਹੀ, ਮਨ ਹੀ ਨਹੀਂ ਮੰਨਦਾ ਕਿ ਮੈਂ ਇਸ ਗੁਲਵਕੜੀ ਨੂੰ, ਇਸ ਪਾਈ ਹੋਈ ਆਪਣੇ ਪੁੱਤਰ ਨੂੰ ਜਿਹੜੀ ਮਾਂ ਦੀ ਜੱਫੀ ਹੈ ਵੀ ਉਹਨੂੰ ਛੱਡ ਦੇਵਾਂ। ਬਦਨ ਬਿਲੋਕਤ ਸੂਗਤ ਮਾਥਾ, ਕਰਤ ਨਹਿ ਸਿਰ ਫੇਰਤ ਹਾਥਾ। ਬਦਨ ਬਲੋਕਤ ਸੂੰਗਤ ਮਾਥਾ, ਹੁਣ ਆਪਣੇ ਪੁੱਤਰ ਦਾ ਮੁਖ ਵੇਖਦੀ ਹੈ, ਆਪਣੇ ਪੁੱਤਰ ਦਾ ਮਸਤਕ ਸੁੰਘਦੀ ਹੈ। ਕਰਤ ਨੇਹ ਸਿਰ ਫੇਰਤ ਹੱਥ, ਸਤਿਗੁਰੂ ਜੀ ਦੇ ਸੀਸ ਤੇ ਹੱਥ ਫੇਰਦੀ ਹੈ। ਮਾਂ ਤ੍ਰਿਪਤਾ, ਵੇਖੋ ਪੁੱਤ ਜਿੰਨਾ ਮਰਜੀ ਵੱਡਾ ਹੋ ਜਾਏ, ਇਹ ਜ਼ਰੂਰ ਚੇਤਾ ਰੱਖਣਾ ਮਾਂ ਵਾਸਤੇ ਓਡਾ ਕੀ ਹੁੰਦਾ ਹੈ। ਕਹਿੰਦੇ ਜਦੋਂ ਅਕਬਰ ਦੀ ਮਾਂ ਮਰੀ ਨਾ, ਉਹ ਰੋਵੇ, ਸਾਰੇ ਕਹਿਣ ਵੀ ਜਾਂ ਆਪਣਾ ਵੀ ਬਜ਼ੁਰਗ ਮਾਤਾ ਸੀ ਵੀ ਮਰ ਜਾਣਾ, ਉਹਨਾਂ ਦੀ ਉਮਰ ਸੀ। ਕਹਿਣ ਲੱਗਾ ਮੈਨੂੰ ਪਤਾ ਹੈ, ਫਿਰ ਤੁਸੀਂ ਇੰਨਾ ਰੁਦਰ ਕਿਉਂ ਕਰਦੇ ਹੋ? ਤੁਹਾਨੂੰ ਕਿਸੇ ਗੱਲ ਦੀ ਕੋਈ ਘਾਟ ਹੈ? ਸਭ ਕੁਝ ਮਾਂ ਤੁਹਾਡੀ ਤੁਹਾਨੂੰ ਦੇ ਕੇ ਗਈ ਹੈ। ਉਹ ਇੱਕੋ ਹੀ ਗੱਲ ਕਹਿੰਦਾ, ਕਹਿੰਦਾ ਹੁਣ ਮੈਨੂੰ ਅੱਕੂ ਕੌਣ ਕਹੇਗਾ? ਜਾਂ ਆਪਣਾ ਤੇ ਬੜੇ ਲੋਕ ਕਹਿਣਗੇ, ਬਾਦਸ਼ਾਹ ਸਲਾਮਤ ਬੜੇ ਕਹਿਣਗੇ, ਅਕਬਰ ਵੀ ਕਹਿਣ ਵਾਲੇ ਹੋਣਗੇ, ਅੱਕੂ ਕੌਣ ਕਹੇਗਾ? ਤੁਸੀਂ ਕਦੇ ਮਾਂ ਕੋਲੋਂ ਬੱਚਿਆਂ ਦੇ ਨਾਂ ਸੁਣਿਓ? ਜੇ ਮਾਂ ਜਿਉਂਦੀ ਹੋਵੇ ਤੇ ਆਪਣੇ ਨਾਂ ਹੀ ਪੁੱਛ ਲਿਓ ਵੀ ਮਾਂ ਮੇਰੇ ਨਿੱਕੇ ਹੁੰਦੇ ਦੇ ਕਿੰਨੇ ਕੁ ਨਾਂ ਰੱਖੇ ਹੋਏ ਸੀ ਤੂੰ? ਮਾਂ ਵਾਸਤੇ ਪੁੱਤਰ ਕਦੇ ਵੀ ਵੱਡਾ ਨਹੀਂ ਹੁੰਦਾ। ਔਰ ਇਹ ਵੀ ਚੇਤਾ ਰੱਖਣਾ, ਮਾਂ ਦੇ ਹੁੰਦਿਆਂ ਕਦੇ ਪੁੱਤਰ ਬੁੱਢਾ ਵੀ ਨਹੀਂ ਜੇ ਹੁੰਦਾ। ਜਦੋਂ ਮਾਂ ਕਵੇਗੀ, ਕੋਈ ਗੱਲ ਕਵੇਗੀ ਮੇਰੇ ਮੁੰਡੇ ਨੂੰ ਬੁਲਾਓ, ਉਹ ਭਾਵੇਂ ਖੁੰਡੀ ਲੈ ਕੇ ਤੁਰਿਆ ਆਉਂਦਾ ਹੋਵੇ। ਐਸੀਆਂ ਭਾਗਾਂ ਵਾਲੀਆਂ ਮਾਵਾਂ ਅਕਸਰ ਮਿਲ ਜਾਣਗੀਆਂ ਤੁਹਾਨੂੰ, ਜਿਨ੍ਹਾਂ ਦੀ ਉਮਰ 100 ਸਾਲ ਜਾਂ 100 ਤੋਂ ਵੀ ਉੱਪਰ ਹੋਏਗੀ, ਤੇ 75-80 ਸਾਲ ਦਾ ਉਹਦਾ ਪੁੱਤਰ ਵੀ ਹੋਏਗਾ। ਇੱਥੇ ਪਿੱਛੇ ਇੱਕ ਬਜ਼ੁਰਗਾਂ ਨੇ ਪਾਠ ਕਰਾਇਆ, ਅਗਰ ਮੈਂ ਠੀਕ ਦੱਸ ਰਿਹਾ ਤੁਹਾਨੂੰ, ਤੇ ਉਹਨਾਂ ਨੇ ਆਪਣੇ ਵਿਆਹ ਦੀ 66ਵੀਂ ਵਰ੍ਹੇਗੰਢ ਮਨਾਈ। ਮਾਤਾ ਵੀ ਠੀਕ ਸੀ, ਬਾਪੂ ਵੀ ਠੀਕ ਸੀ, ਤੇ ਜੇ 66 ਸਾਲ ਵਿਆਹ ਨੂੰ ਹੋ ਗਏ ਨੇ ਤੇ ਘੱਟੋ ਘੱਟ 20 ਸਾਲਾਂ ਦੇ ਤਾਂ ਹੋਣਗੇ ਜਦੋਂ ਵਿਆਹ ਹੋਇਆ। ਮਤਲਬ 90 ਸਾਲ ਦੇ ਨੇੜੇ ਸੀ ਉਹ।
ਤੇ ਜੇ ਉਹ 90 ਸਾਲ ਦੇ ਨੇ ਤੇ ਸੋਚ ਲਓ ਵੀ ਉਹਨਾਂ ਦੇ ਬੱਚੇ ਵੀ 70 ਸਾਲਾਂ ਦੇ ਹੋਣਗੇ। ਕੋਈ 65 ਸਾਲਾਂ ਦਾ ਹੋਏਗਾ, ਕੋਈ 70 ਦਾ ਹੋਏਗਾ। ਮਾਂ ਦੇ ਜਿਉਂਦਿਆਂ ਕਦੇ ਬੰਦਾ ਬੁੱਢਾ ਨਹੀਂ ਜਿਉਂਦਾ। ਮਾਂ ਦੇ ਹੁੰਦਿਆਂ ਬੰਦਾ ਮੁੰਡਾ ਹੀ ਰਹਿੰਦਾ ਹੈ, ਕਿਉਂਕਿ ਮਾਂ ਨੇ ਜਦੋਂ ਵੀ ਆਵਾਜ਼ ਮਾਰਨੀ ਹੈ ਉਹਨੇ ਇਹੀ ਕਹਿਣਾ ਵੀ ਮੇਰੇ ਮੁੰਡੇ ਨੂੰ ਬੁਲਾਓ। ਹਾਂਜੀ। ਹੁਤੀ ਬ੍ਰਿਧ ਬਲ ਤੇ ਤਨਹੀਨਾ, ਪੁੰਨ ਸਮੀਪ ਬੈਸੀ ਸੁਖ ਲੀਨਾ। ਹੁਤੀ ਬ੍ਰਿਧ ਬਲ ਤੇ ਤਨਹੀਨਾ, ਮਾਂ ਬੁੱਢੜੀ ਸੀ, ਮਾਂ ਤ੍ਰਿਪਤਾ। ਸਰੀਰ ਵਿੱਚ ਬਹੁਤਾ ਬਲ ਵੀ ਨਹੀਂ ਹੈ। ਪੁੰਨ ਸਮੀਪ ਬੈਸੀ ਸੁਖ ਲੀਨਾ, ਅਖੀਰ ਫਿਰ ਬਹਿ ਗਈ ਆਪਣੇ ਪੁੱਤਰ ਕੋਲੇ। ਹੁਣ ਪੁੱਤਰ ਦੇ ਕੋਲ ਬਹਿ ਕੇ ਮਾਂ ਨੂੰ ਸੁਖ ਮਿਲਦਾ ਹੈ, ਮਾਂ ਤ੍ਰਿਪਤਾ ਸੁਖ ਲੈਂਦੀ ਹੈ। ਜਬ ਕਾਲੂ ਨੈ ਸੁਧ ਇਉ ਪਾਈ, ਬੈਸੇ ਹੋ ਬਹਿਰ ਤਾਤ ਮਮ ਆਈ। ਜਦੋਂ ਪਿਤਾ ਕਾਲੂ ਨੇ ਇਹ ਜਾਣਿਆ ਕਿ ਜਿਹੜੀ ਤ੍ਰਿਪਤਾ ਵਾਪਸ ਨਹੀਂ ਆਈ, ਇਹਦਾ ਅਰਥ ਹੈ ਵੀ ਉਹਨੂੰ ਨਾਨਕ ਪੁੱਤਰ ਮਿਲ ਗਿਆ ਹੈ। ਇਹ ਜਦੋਂ ਉਹਨਾਂ ਨੂੰ ਸੁਨੇਹਾ ਪਹੁੰਚਦਾ ਹੈ ਕਿ ਮਰਦਾਨਾ ਕੱਲਾ ਨਹੀਂ ਆਇਆ, ਮਹਿਤਾ ਕਲਿਆਣ ਦਾਸ ਜੀ ਆਇਆ ਤੇ ਤੁਹਾਡਾ ਪੁੱਤਰ ਨਾਨਕ ਵੀ ਨਾਲ ਹੈ, ਪਰ ਉਹ ਤੇ ਬਾਹਰ ਖੂਹ ਤੇ ਬੈਠਾ ਹੈ। ਹਾਂਜੀ। ਤਤ ਛਿਨ ਜੀਨ ਤੁਰੰਗਣ ਪਾਵਾ, ਹੈ ਅਰੂਢ ਤੂਰਨ ਤਬ ਆਵਾ। ਤਤ ਛਿਨ ਜੀਨ ਤੁਰੰਗਣ ਪਾਵਾ, ਉਸੇ ਵੇਲੇ ਫਿਰ ਘੋੜੀ ਦੇ ਉੱਤੇ ਕਾਠੀ ਪਾਈ ਤੇ ਪਿਤਾ ਕਾਲੂ ਜੀ ਜਿਹੜੇ ਨੇ ਉਹ ਮਗਰ ਪਹੁੰਚਦੇ ਨੇ। ਪਿਤਾ ਬਿਲੋਕ ਦੁਖੇ ਦੁਖ ਕੰਦਨ, ਪਦ ਅਰਬਿੰਦ ਕਰਤ ਭੇ ਬੰਦਨ। ਪਿਤਾ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਫਿਰ ਉੱਠੇ ਨੇ। ਹੁਣ ਇਹ ਗੱਲਾਂ ਸਾਨੂੰ ਕੌਣ ਦੱਸੇਗਾ? ਸਾਨੂੰ ਦੀ ਕੋਈ ਗੱਲ ਦੱਸੀ ਹੈ ਕਿ ਪਿਤਾ ਨੇ ਸੱਚਾ ਸੌਦਾ ਕਰਨ ਤੋਂ ਪੁੱਤਰ ਨਾਨਕ ਨੂੰ ਚਪੇੜ ਮਾਰੀ ਹੈ। ਬਈ ਇੱਥੇ ਸਾਡਾ ਇਤਿਹਾਸ ਖਤਮ ਹੋ ਗਿਆ, ਨਾ ਮੁੜ ਕੇ ਗਾਂਹ ਚੱਲਿਆ ਨਾ ਪਿਛਾਂ ਚੱਲਿਆ। ਤੋ ਢਾਡੀਆਂ ਨੇ ਵੀ ਇਦਾਂ ਹੀ ਹੈ, ਗੀਤ ਗਾਉਣ ਵਾਲਿਆਂ ਨੇ ਵੀ ਇਦਾਂ ਹੀ ਕਹਿਤਾ ਵੀ ਨਾ ਮਾਰ ਚਪੇੜਾ ਵੀ ਬਾਬਲਾ ਵੇ, ਇਹੋ ਜਿਹੇ ਗਾਣੇ ਬਣਾ ਦਿੱਤੇ। ਮਾਂ ਆਈ ਤੇ ਮਾਂ ਦੇ ਚਰਨਾਂ ਤੇ ਮੱਥਾ ਟੇਕਿਆ। ਜੇ ਪਿਤਾ ਕਾਲੂ ਜੀ ਆਏ ਨੇ, ਪਿਤਾ ਬਲੋਕ ਉਠੇ ਦੁਖ ਕੰਦਨ, ਪਦ ਅਰਬਿੰਦ ਕਰਤ ਭੇ ਬੰਦਨ। ਸਤਿਗੁਰੂ ਫਿਰ ਉੱਠੇ ਨੇ, ਆਪਣੇ ਪਿਤਾ ਜੀ ਦੇ ਮਹਿਤਾ ਕਲਿਆਣ ਦਾਸ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਬੜਵਾਹ ਤੇ ਉਤਰਿਓ ਤਤਕਾਲਾ, ਘਰ ਸੋਹ ਲਾਹਿਓ ਪ੍ਰੇਮ ਵਿਸਾਲਾ। ਤੇ ਪਿਤਾ ਕਾਲੂ ਨੇ ਘੋੜੀ ਤੋਂ ਉਤਰ ਕੇ ਗਲਵਕੜੀ ਪਾ ਕੇ ਆਪਣੇ ਪੁੱਤਰ ਨਾਨਕ ਨੂੰ ਪਿਆਰ ਕੀਤਾ ਹੈ। ਅਸੀਂ ਚਪੇੜ ਤੋਂ ਅੱਗੇ ਗਏ ਹੀ ਨਹੀਂ। ਸਾਨੂੰ ਲੱਗਦਾ ਵੀ ਉੱਥੇ ਰਿਸ਼ਤਾ ਹੀ ਖਤਮ ਹੋ ਗਿਆ ਜੀ, ਮਿਲਣ ਵਰਤਨ ਬੰਦ ਹੋ ਗਿਆ ਜੀ, ਆਉਣਾ ਜਾਣਾ ਹੀ ਖਤਮ ਹੋ ਗਿਆ ਜੀ। ਨਹੀਂ, ਕੁਛ ਨਹੀਂ ਹੋਇਆ। ਮੈਂ ਹਮੇਸ਼ਾ ਹੀ ਜਦੋਂ ਇਹ ਕਥਾ ਆਉਂਦੀ, ਮੈਂ ਹਮੇਸ਼ਾ ਹੀ ਬੇਨਤੀ ਕਰਦਾ, ਕੋਈ ਹੈ ਦੁਨੀਆ ਦੇ ਵਿੱਚ ਐਸਾ ਬਾਪ ਜਿਹੜਾ ਇਹ ਜਾਣਨਾ ਚਾਹੁੰਦਾ, ਸੁਣਨਾ ਚਾਹੁੰਦਾ ਹੋਵੇ ਕਿ ਕੋਈ ਦੁਨੀਆ ਦੇ ਲੋਕ ਆ ਕੇ ਕਹਿਣ ਵੀ ਤੇਰਾ ਪੁੱਤਰ ਨਲਾਇਕ ਹੈ, ਮਖੱਟੂ ਹੈ, ਉਹਨੂੰ ਕੁਝ ਨਹੀਂ ਆਉਂਦਾ। ਕੋਈ ਦੁਨੀਆ 'ਚ ਐਸਾ ਬਾਪ ਮਿਲੇ ਤੇ ਮੈਨੂੰ ਜ਼ਰੂਰ ਮਿਲਾਇਓ। ਪਰ ਜਦੋਂ ਬਾਪ ਨੂੰ ਕੋਈ ਇਹ ਕਹਿੰਦਾ ਹੈ ਵੀ ਅਮਕਾ ਸਿਆ ਬਈ ਤੇਰਾ ਪੁੱਤਰ ਤੇ ਤੇਰੇ ਤੋਂ ਵੀ ਸਿਆਣਾ ਹੈ, ਤੇ ਉਹ ਕਦੇ ਜਾ ਕੇ ਸ਼ੀਸ਼ੇ ਅੱਗੇ ਆਪਣੇ ਮੂੰਹ ਤੇ ਚਪੇੜਾ ਨਹੀਂ ਮਾਰਦਾ ਵੀ ਮੈਂ ਤੇ ਨਲਾਇਕ ਹੀ ਨਿਕਲਿਆ ਨਾ। ਉਹਦੀ ਛਾਤੀ ਚੌੜੀ ਹੁੰਦੀ ਹੈ ਤੇ ਅੱਗੋਂ ਫਿਰ ਉਹ ਪਤਾ ਕੀ ਕਹਿੰਦਾ ਹੈ, ਕਹਿੰਦਾ ਪੁੱਤਰ ਕਿਹਦਾ ਹੈ, ਸਿਆਣਾ ਕਿਉਂ ਨਹੀਂ ਹੋਏਗਾ? ਮੇਰਾ ਪੁੱਤਰ ਹੈ ਨਾ, ਤੇ ਮੇਰੇ ਤੋਂ ਤਾਂ ਸਿਆਣਾ ਹੀ ਹੋਏਗਾ। ਉਹ ਇਸ ਗੱਲ 'ਚ ਮਾਣ ਮਹਿਸੂਸ ਕਰਦਾ। ਪਿਤਾ ਕਾਲੂ ਦਾ ਝਿੜਕਣਾ ਜਿਹੜਾ ਸੀ, ਉੱਥੇ ਸਮਝ ਆਉਂਦੀ ਹੈ ਕਿ ਪਿਤਾ ਕਾਲੂ ਨੇ ਪਿਤਾ ਵਾਲਾ ਧਰਮ ਨਿਭਾਉਣ ਵਿੱਚ ਕਦੇ ਚੂਕ ਨਹੀਂ ਕੀਤੀ।
ਨਾ ਫਾਰਸੀ ਪੜ੍ਹਾਉਣ ਵਿੱਚ, ਨਾ ਹਿਸਾਬ ਦੇ ਪਹਾੜੇ ਪੜ੍ਹਾਉਣ ਵਿੱਚ, ਨਾ ਉਹਨੂੰ ਆਪਣੇ ਪੁੱਤਰ ਨੂੰ ਕੰਮ ਧੰਦੇ ਵਿੱਚ ਲਾਉਣ ਵਿੱਚ। ਭਾਵੇਂ ਬਲਦਾਂ ਦੀ ਜੋੜੀ ਬਣਾ ਕੇ ਦੇਣੀ ਪਈ, ਭਾਵੇਂ ਵਪਾਰ ਕਰਨ ਵਾਸਤੇ ਨਗਦ ਪੈਸੇ ਦੇਣੇ ਪਏ, ਭਾਵੇਂ ਨੌਕਰੀ ਵਾਸਤੇ ਆਪਣੀ ਧੀ ਕੋਲ ਘੱਲਣਾ ਪਿਆ, ਸਾਰੇ ਕੰਮ ਕੀਤੇ ਪਿਤਾ ਨੇ। ਕਿਹੜਾ ਨਹੀਂ ਕੀਤਾ? ਕਿ ਆਪ ਜਾ ਕੇ ਪੁੱਤਰ ਦਾ ਵਿਆਹ ਨਹੀਂ ਕੀਤਾ? ਵਿਆਹ ਜਾ ਕੇ ਕੀਤਾ। ਦੇਖੋ, ਪਿਤਾ ਦਾ ਵੀ ਇੱਕ ਧਰਮ ਹੈ, ਪਿਤਾ ਵਾਲੇ ਧਰਮ ਦੇ ਵਿੱਚ ਕੋਈ ਕਮੀ ਨਹੀਂ ਹੈ। ਘੋੜੀ ਤੋਂ ਉਤਰੇ ਨੇ, ਆਪਣੇ ਪੁੱਤਰ ਨੂੰ ਗਲੇ ਲਾ ਕੇ ਮਿਲੇ ਨੇ। ਹਾਂਜੀ। ਜਨ ਬਹੁ ਭੂਖੇ ਮਿਲਿਓ ਆਹਾਰਾ, ਮਰਤਿਓ ਪਿਆਸੇ ਪਾਇਓ ਬਾਹਰਾ। ਜਨ ਬਹੁ ਭੂਖੇ ਮਿਲਿਓ ਆਹਾਰਾ, ਇਉਂ ਲੱਗਦਾ ਹੈ ਜਿਵੇਂ ਕਿਸੇ ਭੁੱਖੇ ਨੂੰ ਭੋਜਨ ਮਿਲ ਗਿਆ ਹੋ। ਅੱਜ ਪਿਤਾ ਕਾਲੂ ਨੂੰ ਪੁੱਤਰ ਮਿਲਿਆ, ਤੇ ਪੁੱਤਰ ਦਾ ਮਿਲਣਾ ਇਉਂ ਮਾਨੋ ਕਿ ਜਿਵੇਂ ਕਿਸੇ ਭੁੱਖੇ ਨੂੰ ਰੋਟੀ ਮਿਲ ਜਾਏ। ਬਹੁਤ ਭੁੱਖ ਲੱਗੀ ਹੋਵੇ ਤੇ ਜਦੋਂ ਰੋਟੀ ਸਾਹਮਣੇ ਆਉਂਦੀ ਹੈ, ਤੁਸੀਂ ਉਸ ਵਕਤ ਮਨੁੱਖ ਦੀ ਅਵਸਥਾ ਨੂੰ ਕੀ ਗਿਣੋਗੇ? ਪਿਤਾ ਕਾਲੂ ਦੀ ਅਵਸਥਾ ਐਸੀ ਬਣੀ ਹੈ, ਮਰਤਿਓ ਪਿਆਸੇ ਪਾਇਓ ਬਾਰਾ। ਕੋਈ ਬੰਦਾ ਪਿਆਸ ਨਾਲ ਮਰਦਾ ਹੋਵੇ ਤੇ ਕੋਈ ਲਿਆ ਕੇ ਉਹਦੇ ਮੂੰਹ 'ਚ ਪਾਣੀ ਪਾ ਦੇਵੇ, ਤੇ ਤੁਸੀਂ ਕੀ ਕਹੋਗੇ? ਤੁਸੀਂ ਕਹੋਗੇ ਇਹਨੂੰ ਤੇ ਜੀਵਨ ਦਾਨ ਮਿਲ ਗਿਆ। ਪੁੱਤਰ ਨਾਨਕ ਦੇ ਮਲਾਪ ਨੇ ਪਿਤਾ ਕਾਲੂ ਨੂੰ ਜੀਵਨ ਦਾਨ ਬਖਸ਼ਿਆ। ਨੀਰ ਬਿੰਬੋਚਤ ਲੋਚਨ ਦਰ ਤੇ, ਗਦ ਗਦ ਬੋਲਿਓ ਜਾਏ ਨਾ ਗਰ ਤੇ। ਨੀਰ ਬਿਮੋਚਨ ਲੋਚਨ ਦਰ ਤੇ, ਗਦ ਗਦ ਬੋਲਿਓ ਜਾਏ ਨਾ ਗਰ ਤੇ। ਉਹੀ ਹਾਲਤ ਪਿਤਾ ਕਾਲੂ ਦੀ ਹੋ ਗਈ ਜਿਹੜੀ ਮਾਂ ਤ੍ਰਿਪਤਾ ਦੀ ਸੀ। ਅੱਖਾਂ ਵਿੱਚ ਆਂਸੂ ਨੇ, ਤੇ ਹਿਰਦਾ ਜਿਹੜਾ ਸੀ ਉਹਦੇ ਤੋਂ ਬੋਲਿਆ ਨਹੀਂ ਜਾ ਰਿਹਾ। ਗਲਾ ਜਿਹੜਾ ਸੀ ਉਹ ਬੜਾ ਭਾਰਾ ਹੋ ਗਿਆ। ਅਪਰ ਲੋਕ ਸੁਣ ਕਰ ਬਹੁ ਆਏ, ਮਿਲੇ ਭਾਉ ਤਰ ਹਰਖ ਵਡਾਏ। ਇਉਂ ਹੌਲੀ ਹੌਲੀ ਉਸ ਖੂਹ ਦੇ ਉੱਪਰ ਬੜੇ ਲੋਕ ਇਕੱਠੇ ਹੋ ਗਏ। ਕਿਸੇ ਨੇ ਮਰਦਾਨੇ ਦਾ ਸੁਣਿਆ, ਕਿਸੇ ਨੇ ਸਤਿਗੁਰੂ ਦਾ ਸੁਣਿਆ, ਤੇ ਉੱਥੇ ਭੀੜ ਲੱਗ ਗਈ। ਖੂਹ ਦੇ ਉੱਤੇ ਤਲਵੰਡੀ ਦੇ ਬੜੇ ਸਾਰੇ ਇਸਤਰੀਆਂ, ਪੁਰਖ, ਲੋਕ ਜਿਹੜੇ ਸੀ ਉਹ ਇਕੱਤਰ ਹੋ ਗਏ। ਬੈਠ ਗਏ ਸਭ ਤਿਸ ਹੀ ਥਾਈ, ਚਾਹੋਂ ਦਿਸ ਮਦ ਬੇਦੀ ਕੁਲ ਰਾਈ। ਬੈਠ ਗਏ ਸਭ ਤਿਸ ਹੀ ਥਾਈ। ਹੌਲੀ ਹੌਲੀ ਉੱਥੇ ਲੋਕ ਆਉਂਦੇ ਜਾਂਦੇ ਨੇ, ਬਹਿੰਦੇ ਜਾਂਦੇ ਨੇ। ਚੌਂ ਦਿਸ ਧਰ ਬੇਦੀ ਕੁਲ ਰਾਈ। ਵਿਚਕਾਰ ਬੈਠੇ ਨੇ ਗੁਰੂ ਨਾਨਕ ਸਾਹਿਬ। ਆਲੇ ਦੁਆਲੇ ਸਾਰੇ ਬੇਦੀ ਪਰਿਵਾਰ ਦੇ ਲੋਕ ਨੇ, ਤਲਵੰਡੀ ਨਗਰ ਦੇ ਲੋਕ ਬੈਠੇ ਨੇ। ਦੇਖ ਪ੍ਰੇਮ ਬਹੁ ਕੋਏ ਨਾ ਬੋਲਾ, ਇੱਕ ਘਟ ਕਾਹ ਲੱਗ ਰਹੇ ਅਡੋਲਾ। ਪਰ ਮਾਂ ਤ੍ਰਿਪਤਾ ਦੇ ਪਿਤਾ ਕਾਲੂ ਦੇ ਉਸ ਮਲਾਪ ਨੂੰ ਵੇਖ ਕੇ ਕਿਸੇ ਨੇ ਕੋਈ ਬਹੁਤੀ ਗੱਲਬਾਤ ਤੋਰੀ ਨਹੀਂ ਹੈ। ਤਕਰੀਬਨ 20-25 ਮਿੰਟ ਬਤੀਤ ਹੋ ਗਏ। ਤ੍ਰਿਤ ਧਰ ਤ੍ਰਿਪਤਾ ਗੇਰਾ ਉਚਾਰੀ, ਵਾਰ ਵਾਰ ਸੁਤ ਸੋ ਪਰਵਾਰੀ। ਅਖੀਰ ਮਾਂ ਤ੍ਰਿਪਤਾ ਨੇ ਚੁੱਪੀ ਤੋੜੀ ਹੈ, ਗੱਲ ਕਰਨੀ ਸ਼ੁਰੂ ਕੀਤੀ ਹੈ। ਵਾਰ ਵਾਰ ਸੁਤ ਤੋਂ ਪਰਵਾਰੀ। ਆਖਿਆ ਪੁੱਤਰਾ, ਇੱਕ ਵਾਰੀ ਨਹੀਂ, ਮੈਂ ਤੇਰੇ ਤੋਂ ਸੈਂਕੜੇ ਵਾਰੀ ਸਦਕੇ ਜਾਨੀ ਆ, 1000 ਵਾਰੀ ਸਦਕੇ ਜਾਨੀ ਆ। ਦਰਸ਼ਨ ਦੀਨੋ ਆਣ ਕਏ, ਮੋ ਕਹਿ ਕੀਓ ਨਿਹਾਲ। ਪੁੱਤਰ ਤੂੰ ਬੜਾ ਚੰਗਾ ਕੀਤਾ ਜਿਹੜੇ ਆ ਕੇ ਦਰਸ਼ਨ ਦਿੱਤੇ ਨੇ। ਹੁਣ ਤੱਕ ਇਹ ਗੱਲ ਸਮਝ ਆ ਚੁੱਕੀ ਸੀ। ਪਿਤਾ ਕਾਲੂ ਨੂੰ ਵੀ ਆ ਗਈ ਸੀ, ਮਾਂ ਤ੍ਰਿਪਤਾ ਨੂੰ ਵੀ ਆ ਗਈ ਸੀ ਵੀ ਇਹ ਅਵਤਾਰੀ ਪੁਰਖ ਹੈ। ਠੀਕ ਹੈ, ਅਸੀਂ ਦੁਨਿਆਵੀ ਮਾਂ ਬਾਪ ਆ, ਅਸੀਂ ਉੱਥੇ ਹੀ ਖਲੋਤੇ ਆ। ਇਹ ਗੱਲ ਨਾ ਅਸੀਂ ਸਾਰੇ ਬੜੀ ਅਜੀਬ ਕਰਦੇ ਆ।
ਜਿਵੇਂ ਕੋਈ ਆਦਮੀ ਚੰਗਾ ਹੋਵੇ ਤਾਂ ਅਸੀਂ ਕਹਿੰਦੇ ਜੀ ਇਹਦਾ ਪੁੱਤਰ ਚੰਗਾ ਕਿਉਂ ਨਹੀਂ ਹੈਗਾ। ਵੀ ਤੁਸੀਂ ਬਾਕੀ ਤੇ ਕਦੇ ਨਹੀਂ ਕਿਹਾ ਵੀ ਪਿਓ ਥਾਣੇਦਾਰ ਹੈ ਤੇ ਮੁੰਡਾ ਥਾਣੇਦਾਰ ਨਹੀਂ ਹੈਗਾ, ਪਿਓ ਵਕੀਲ ਹੈ ਤੇ ਮੁੰਡਾ ਵਕੀਲ ਕਿਉਂ ਨਹੀਂ ਹੈਗਾ। ਇਹ ਕੋਈ ਜ਼ਰੂਰੀ ਹੈ? ਇਹ ਜ਼ਰੂਰੀ ਨਹੀਂ ਹੈ। ਪਰ ਪਿਓ ਪ੍ਰਧਾਨ ਮੰਤਰੀ ਹੈ ਤੇ ਮੁੰਡਾ ਪ੍ਰਧਾਨ ਮੰਤਰੀ ਕਿਉਂ ਨਹੀਂ ਹੈਗਾ? ਇਹ ਹੋ ਸਕਦਾ ਹੈ? ਨਹੀਂ ਹੋ ਸਕਦਾ। ਇਹ ਸਾਰਾ ਕੁਝ ਕਦੇ ਵੀ ਬਰਾਬਰ ਨਹੀਂ ਹੁੰਦਾ। ਪਰ ਧਰਮ ਦੀ ਦੁਨੀਆ ਦੇ ਵਿੱਚ ਅਸੀਂ ਇਹੋ ਜਿਹੀਆਂ ਗੱਲਾਂ ਲੈ ਕੇ ਤੇ ਬਹੁਤ ਕੁਝ ਬਣਾਉਂਦੇ ਆ, ਬੋਲਦੇ ਆ, ਅਸੀਂ ਕਰਦੇ ਵੀ ਆ। ਉਹ ਠੀਕ ਨਹੀਂ ਹੈਗਾ। ਅਗਰ ਮਾਂ ਤ੍ਰਿਪਤਾ ਦੀ, ਪਿਤਾ ਕਾਲੂ ਦੀ ਕੋਈ ਗੱਲ ਸਾਨੂੰ ਨਾ ਵੀ ਠੀਕ ਲੱਗੇ ਤੇ ਗੱਲ ਜ਼ਰੂਰ ਯਾਦ ਰੱਖਣਾ ਵੀ ਉਹ ਮਾਂ ਪਿਓ ਨੇ, ਉਹ ਆਪ ਗੁਰੂ ਨਾਨਕ ਨਹੀਂ ਹੈ। ਉਹਨਾਂ ਦੀ ਇਹ ਵਡਿਆਈ ਹੈ ਕਿ ਉਹਨਾਂ ਦੀ ਕੁੱਖ ਤੋਂ ਗੁਰੂ ਸਾਹਿਬ ਨੇ ਜਨਮ ਲਿਆ। ਉਸ ਵਡਿਆਈ ਨੂੰ ਤਾਂ ਤੁਸੀਂ ਕੋਈ ਨਹੀਂ ਖੋ ਸਕਦੇ। ਨਾ ਉਹ ਵਡਿਆਈ ਕਿਸੇ ਹੋਰ ਨੂੰ ਮਿਲ ਸਕਦੀ ਹੈ, ਨਾ ਪੁੱਤਰਾਂ ਵਾਲੀ ਵਡਿਆਈ ਕੋਈ ਲੈ ਸਕਦਾ ਹੈ, ਨਾ ਮਾਂ ਸੁਲੱਖਣੀ ਵਾਲੀ ਵਡਿਆਈ ਕੋਈ ਲੈ ਸਕਦਾ ਹੈ। ਪਰ ਜੇ ਆਪਾਂ ਕਹੀਏ ਜੀ ਮਾਂ ਸੁਲੱਖਣੀ ਗੁਰੂ ਨਾਨਕ ਵਰਗੀ ਕਿਉਂ ਨਹੀਂ, ਵੀ ਕਿਵੇਂ ਹੋ ਸਕਦੀ ਹੈ? ਅਵਤਾਰ ਗੁਰੂ ਨਾਨਕ ਨੇ ਲਿਆ ਹੈ, ਮਾਂ ਸੁਲੱਖਣੀ ਨੇ ਨਹੀਂ ਲਿਆ। ਅਵਤਾਰੀ ਪੁਰਖ ਗੁਰੂ ਨਾਨਕ ਹੈ, ਬਾਬਾ ਸ਼੍ਰੀ ਚੰਦ ਨਹੀਂ ਹੈ, ਬਾਬਾ ਲਖਮੀ ਦਾਸ ਨਹੀਂ ਹੈ। ਅਵਤਾਰੀ ਪੁਰਖ ਜਿਹੜਾ ਹੈ ਉਹ ਗੁਰੂ ਨਾਨਕ ਹੈ। ਨਾ ਤੇ ਮਾਂ ਤ੍ਰਿਪਤਾ ਹੈ, ਨਾ ਪਿਤਾ ਕਾਲੂ ਹੈ। ਹੁਣ ਮਾਂ ਪਿਓ ਨੂੰ ਇਸ ਗੱਲ ਦਾ ਪਤਾ ਸੀ ਵੀ ਇਹ ਤੇ ਅਵਤਾਰੀ ਪੁਰਖ ਹੈ। ਇਸੇ ਕਰਕੇ ਆਖਿਆ ਦਰਸ਼ਨ ਦੀਨੋ ਆਣਕ ਮੌਕੇ ਕੀਓ ਨਿਹਾਲ। ਆਖਿਆ ਪੁੱਤਰਾ ਬੜਾ ਚੰਗਾ ਕੀਤਾ ਈ, ਜਿਹੜੇ ਆ ਕੇ ਤੂੰ ਦਰਸ਼ਨ ਦਿੱਤੇ ਨੇ, ਜਿਹੜਾ ਤੂੰ ਆਪਣੀ ਮਾਂ ਨੂੰ ਆ ਕੇ ਨਿਹਾਲ ਕੀਤਾ। ਨਿਸਬਾਸੁਰ ਤਵ ਹੇਤ ਤੇ ਚਿੰਤਾ ਤੁਰ ਬੇਹਾਲ। ਪੁੱਤਰ ਤੂੰ ਨਹੀਂ ਸਮਝ ਸਕਦਾ ਕਿ ਮੇਰਾ ਦਿਨ ਕਿਵੇਂ ਲੰਘਦਾ ਹੈ, ਮੇਰੀ ਰਾਤ ਕਿਵੇਂ ਲੰਘਦੀ ਹੈ। ਮੈਂ ਚਿੰਤਾਤੁਰ ਰਹਿਨੀ ਆ, ਮੈਨੂੰ ਫਿਕਰ ਹੀ ਰਹਿੰਦਾ ਹੈ। ਪਤਾ ਨਹੀਂ ਕੁਝ ਖਾਧਾ ਹੋਏਗਾ ਕਿ ਨਹੀਂ ਖਾਧਾ ਹੋਏਗਾ, ਪਤਾ ਨਹੀਂ ਕਿੱਥੇ ਹੋਏਗਾ, ਕਿਸ ਹਾਲਤ ਵਿੱਚ ਹੋਏਗਾ। ਹੁਣ ਇਹ ਗੱਲ ਆਪਣੇ ਪੱਲੇ ਬੰਨ੍ਹ ਲੈਣਾ। ਇਸ ਧਰਤੀ ਦੇ ਉੱਪਰ ਤੁਹਾਡੇ ਮਾਂ ਪਿਓ ਤੋਂ ਵੱਡਾ ਤੁਹਾਡਾ ਵੈਲ ਵਿਸ਼ਰ ਕੋਈ ਨਹੀਂ ਹੈ। ਨਾ ਇੰਨੀ ਕੋਈ ਚਿੰਤਾ ਕਰ ਸਕਦਾ ਹੈ, ਨਾ ਇੰਨਾ ਕਿਸੇ ਨੂੰ ਫਿਕਰ ਹੋ ਸਕਦਾ ਹੈ, ਨਾ ਇੰਨੀ ਕੋ ਤੁਹਾਡੀ ਸੁੱਖ ਮੰਗ ਸਕਦਾ ਹੈ, ਤੇ ਨਾ ਹੀ ਇੰਨਾ ਤੁਹਾਡੇ ਬਾਰੇ ਕੋਈ ਹੋਰ ਜਾਣੂ ਹੋ ਸਕਦਾ। ਮਾਤਾ ਪਿਤਾ ਤੋਂ ਵੱਧ ਕਿਸੇ ਨੂੰ ਕੀ ਤੁਹਾਡੀ ਜਾਣਕਾਰੀ ਹੋ ਸਕਦੀ ਹੈ? ਤੇ ਮਾਤਾ ਪਿਤਾ ਤੋਂ ਵੱਡਾ ਤੁਹਾਡਾ ਆਪਣਾ ਵੀ ਕੌਣ ਹੋ ਸਕਦਾ ਹੈ? ਕੋਈ ਹੈ ਐਸਾ ਮਾਂ ਪਿਓ ਜਿਹੜਾ ਬਿਨਾਂ ਬੱਚਿਆਂ ਦੇ ਜਿਉਣਾ ਚਾਹੁੰਦਾ ਹੋਵੇ? ਨਹੀਂ, ਕੋਈ ਨਹੀਂ ਚਾਹੁੰਦਾ। ਜਾਂ ਇਉਂ ਵੀ ਕਹਿ ਲਈਏ ਵੀ ਮਾਂ ਬਾਪ ਦੇ ਬੱਚੇ ਖੰਭ ਹੁੰਦੇ ਨੇ, ਬੱਚਿਆਂ ਦੇ ਖੰਭਾਂ ਨਾਲ ਤੇ ਮਾਂ ਬਾਪ ਉੱਡਦੇ ਫਿਰਦੇ ਨੇ। ਮਾਂ ਤ੍ਰਿਪਤਾ ਕਹਿਣ ਲੱਗੀ, ਪੁੱਤਰ ਮੈਂ ਦਿਨ ਰਾਤ ਤੇਰੀ ਚਿੰਤਾ ਵਿੱਚ ਰਹਿੰਦੀ ਆ, ਦਿਨ ਰਾਤ ਮੈਨੂੰ ਤੇਰਾ ਫਿਕਰ ਬਣਿਆ ਰਹਿੰਦਾ ਹੈ। ਇੱਕ ਸੁਤ ਹਮਰੇ ਦੂਜੋ ਨਾਹੀ, ਘਰ ਤਜ ਰਲਿਓ ਫਕੀਰਨ ਮਾਹੀ। ਪਰ ਪੁੱਤਰ ਤੂੰ ਨਹੀਂ ਸਮਝ ਸਕਦਾ ਨਾ ਕਿ ਜਿਸ ਮਾਂ ਦਾ ਇੱਕ ਪੁੱਤਰ ਹੋਵੇ ਤੇ ਉਹ ਵੀ ਘਰ ਛੱਡ ਕੇ ਫਕੀਰਾਂ ਨਾਲ ਰਲ ਜਾਏ, ਤੇ ਤੂੰ ਸੋਚ ਸਕਦਾ ਵੀ ਉਸ ਮਾਂ ਦੀ ਕੀ ਗਤ ਹੋ ਸਕਦੀ ਹੈ, ਉਸ ਮਾਂ ਦੀ ਕੀ ਹਾਲਤ ਹੋਵੇਗੀ। ਭਏ ਅਤੀਰ ਬਸੂਰਤ ਸਦਾ, ਅਬਲਾਖਤ ਦਰਸ਼ਨ ਹਵੈ ਕਦਾ। ਅਸੀਂ ਹਮੇਸ਼ਾ ਅਤੀਰ ਵਿੱਚ ਰਹਿੰਦੇ ਆ, ਬਸੂਰਤ ਝੋਰੇ ਵਿੱਚ ਰਹਿੰਦੇ ਆ। ਇੱਕੋ ਹੀ ਅਬਲਾਖਾ ਰਹਿੰਦੀ ਹੈ ਵੀ ਕਿਤੇ ਆ ਕੇ ਮਿਲ ਜਾਵੇ, ਕਿਤੇ ਉਹਦੀ ਖਬਰ ਹੀ ਆ ਜਾਵੇ, ਕੋਈ ਉਹਦੇ ਬਾਰੇ ਦੱਸ ਹੀ ਦੇਵੇ। ਬਸ ਇਹੀ ਅਬਲਾਖਾ ਰਹਿੰਦੀ, ਇਹੀ ਇੱਛਾ ਰਹਿੰਦੀ ਹੈ। ਬਹੁਤ ਬਰਖ ਬੀਤੇ ਤੁਜ ਗਏ, ਦੇਸ਼ ਬਦੇਸ਼ ਫਿਰੇ ਅਬ ਲਏ। ਪੁੱਤਰ ਤੈਨੂੰ ਪਤਾ ਹੈ ਤੈਨੂੰ ਗਏ ਨੂੰ ਕਿੰਨੇ ਸਾਲ ਬਤੀਤ ਹੋ ਗਏ ਨੇ। ਦੇਸ਼ਾਂ ਵਿਦੇਸ਼ਾਂ ਦੇ ਤੂੰ ਭਰਮਣ ਕਰਕੇ ਆਇਆ ਹੈ।
ਅਵਲੋਕਤ ਆਨੰਦ ਬਿਸਾਲਾ, ਜਿਉ ਕੁਸ਼ਲਿਆ RAM ਕਿਰਪਾਲਾ। ਵੇਖ ਪੁੱਤਰ, ਮੈਨੂੰ ਇੰਨਾ ਆਨੰਦ ਹੀ ਜਿੰਨਾ ਕਦੇ ਕੁਸ਼ਲਿਆ ਨੂੰ ਸ਼੍ਰੀ ਰਾਮਚੰਦਰ ਤੋਂ ਮਿਲਿਆ ਹੋਏਗਾ। ਹੁਣ ਆਪਾਂ ਇੱਕ ਗੱਲ ਦਾ ਤੇ ਜ਼ਿਕਰ ਕਰਦੇ ਆਂ ਵੀ ਰਾਮਚੰਦਰ ਜੀ ਬਨਵਾਸ ਚਲੇ ਗਏ ਤੇ ਪਿਤਾ ਰਾਜਾ ਦਸ਼ਰਥ ਨੇ ਪ੍ਰਾਣ ਤਿਆਗ ਦਿੱਤੇ। ਉਸ ਤੋਂ ਬਾਅਦ ਮਾਂ ਦਾ ਤੇ ਆਪਾਂ ਜ਼ਿਕਰ ਹੀ ਨਹੀਂ ਕਰਦੇ। ਕਹਿੰਦੇ ਜਦੋਂ ਵਾਪਸ ਆਉਂਦੇ ਨੇ ਤੇ ਮਾਂ ਜਿਉਂਦੀ ਸੀ। ਜਿੰਨਾ ਮਾਂ ਕੁਸ਼ਲਿਆ ਨੂੰ ਮਲਾਪ ਦਾ ਸੁੱਖ ਮਿਲਿਆ, ਕਹਿੰਦੇ ਪੁੱਤਰ ਅੱਜ ਮੈਨੂੰ ਉਹਨਾਂ ਸੁੱਖ ਮਿਲਿਆ ਤੇਰੇ ਮਲਾਪ ਦਾ, ਤੇਰੇ ਦਰਸ਼ਨਾਂ ਦਾ। ਮੈਂ ਵਾਰੀ ਸੁਤ ਤੋ ਪਰ ਵਾਰੀ, ਵਾਰ ਵਾਰ ਕਹਿ ਗੁਰ ਮਹਿ ਤਾਰੀ। ਪੁੱਤਰ ਮੈਂ ਤੇਰੇ ਤੋਂ ਇੱਕ ਵਾਰੀ ਨਹੀਂ, ਮੈਂ ਤੇਰੇ ਤੋਂ ਵਾਰ ਵਾਰ ਸਦਕੇ ਜਾਨੀ ਆ, ਮੈਂ ਤੇਰੇ ਤੋਂ ਵਾਰ ਵਾਰ ਕੁਰਬਾਨ ਜਾਨੀ ਆ। ਇਸ ਪ੍ਰਕਾਰ ਕੇ ਬਚਨ ਸੁਣੇ ਜਬ, ਮੁਖ ਤੇ ਸ਼ਬਦ ਉਚਾਰਤ ਭੇ ਤਬ। ਇਸ ਤਰ੍ਹਾਂ ਦੇ ਬਚਨ ਮਾਂ ਤ੍ਰਿਪਤਾ ਤੋਂ ਸੁਣ ਕੇ ਇੱਥੇ ਫਿਰ ਸਤਿਗੁਰੂ ਜੀ ਨੇ ਵਡਹੰਸ ਰਾਗ ਦਾ ਇੱਕ ਸ਼ਬਦ ਉਚਾਰਿਆ। ਇਹ ਸ਼ਬਦ ਅੱਗੇ ਇੱਥੇ ਲਿਖਿਆ ਹੋਇਆ ਕਿ ਇੱਥੇ ਫਿਰ ਸਤਿਗੁਰੂ ਜੀ ਨੇ ਬਾਣੀ ਉਚਾਰੀ ਹੈ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪਹਿਲਾ। ਅਮਲੀ ਅਮਲ ਨ ਅੰਬੜੈ, ਮੱਛੀ ਨੀਰ ਨ ਹੋਏ, ਜੋ ਰਤੇ ਸਹਿ ਆਪਣੈ, ਤਿਨ ਭਾਵੈ ਸਭ ਕੋਏ। ਸਤਿਗੁਰੂ ਕਹਿਣ ਲੱਗੇ ਮਾਂ, ਹੋਵੇ ਕੋਈ ਅਮਲੀ ਤੇ ਉਹਨੂੰ ਅਮਲ ਨਾ ਮਿਲੇ, ਹੋਵੇ ਮੱਛੀ ਤੇ ਉਹਨੂੰ ਪਾਣੀ ਨਾ ਮਿਲੇ। ਜਿਹੜੇ ਆਪਣੇ ਪਿਆਰੇ ਦੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਜਿਉਂਦੇ ਨੇ, ਕਿ ਉਹਨਾਂ ਨੂੰ ਸਭ ਚੀਜ਼ਾਂ ਬਾਕੀ ਚੰਗੀਆਂ ਲੱਗਦੀਆਂ ਨੇ? ਨਾ। ਹੁਣ ਸਤਿਗੁਰੂ ਦੀ ਬਾਣੀ ਪੜ੍ਹੀਏ ਤੇ ਫਿਰ ਪਤਾ ਲੱਗਦਾ ਹੈ। ਕਹਿੰਦੇ ਇੱਕ ਸੁਹਾਗਣ ਭੈਣ ਨੇ ਚੂੜਾ ਪਾਇਆ, ਸਾਵਣ ਦਾ ਮਹੀਨਾ, ਪਤੀ ਨਹੀਂ ਆਇਆ। ਕਹਿੰਦੇ ਉਹ ਜਿਹੜੀਆਂ ਬਾਹਾਂ ਸੀ ਚੂੜੇ ਵਾਲੀਆਂ, ਉਹ ਮੰਜੀ ਦੇ ਹੀ ਨਾਲ ਮਾਰ ਕੇ, ਉਹਦੇ ਪਾਵਿਆਂ ਨਾਲ ਮਾਰ ਕੇ ਚੂੜਾ ਭੰਨ ਦਿੱਤਾ ਆਪਣਾ, ਕਿ ਇਹ ਮੈਂ ਕਰਨਾ ਕੀ ਹੈ, ਮੈਂ ਕਿਹਦੇ ਲਈ ਪਾਇਆ? ਜੇ ਮੇਰੇ ਪਤੀ ਨੇ ਘਰ ਆਉਣਾ ਹੀ ਨਹੀਂ ਤੇ ਮੈਂ ਸੁਹਾਗ ਕੇ ਕਾਹਦੇ ਵਾਸਤੇ ਕੀਤਾ? ਹਉ ਵਾਰੀ ਵੰਨਿਆ ਖੰਨੀਐ ਵੰਨਿਆ, ਤਉ ਸਾਹਿਬ ਕੈ ਨਾਵੈ। ਹੇ ਪ੍ਰਮਾਤਮਾ, ਮੈਂ ਤੇਰੇ ਨਾਮ ਤੋਂ ਸਦਕੇ ਜਾਵਾਂ, ਮੈਂ ਤੇਰੇ ਤੋਂ ਸਦਕੇ ਜਾਵਾਂ, ਬਾਰ ਬਾਰ ਮੈਂ ਤੇਰੇ ਤੋਂ ਕੁਰਬਾਨ ਹੋਵਾਂ। ਸਾਹਿਬ ਸਫਲਿਓ ਰੁਖੜਾ, ਅੰਮ੍ਰਿਤ ਜਾਂ ਕਾ ਨਾਉ। ਪ੍ਰਮਾਤਮਾ ਇੱਕ ਸਫਲ ਰੁੱਖ ਹੈ, ਆਤਮਿਕ ਜੀਵਨ ਦੇਣ ਵਾਲਾ ਜਲ, ਨਾਮ ਜਿਹੜਾ ਇਹ ਉਹਦਾ ਨਾਂ ਹੈ। ਜਿਨ ਪੀਆ ਤੇ ਤ੍ਰਿਪਤ ਪਏ, ਹਉ ਤਿਨ ਬਲਹਾਰੈ ਜਾਓ। ਉਹ ਕੌਣ ਹੈ ਜਿਨੇ ਪ੍ਰਮਾਤਮਾ ਦਾ ਨਾਮ ਪੀਤਾ ਹੈ, ਜਿਨੇ ਨਾਮ ਛਕਿਆ ਹੈ? ਸਤਿਗੁਰੂ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਣਾ। ਮੈਂ ਕੀ ਨਦਰ ਨ ਆਵਹੀ, ਵਸੈ ਹੱਬੀਆਂ ਨਾਲ। ਮੈਂ ਕੀ ਨਦਰ ਨ ਆਵਈ, ਵਸੈ ਹੰਬੀਆਂ ਨਾਲ। ਉਹ ਪ੍ਰਮਾਤਮਾ ਜਿਹੜਾ ਹੈ, ਜਿਹਨੂੰ ਪ੍ਰਮਾਤਮਾ ਦਾ ਦੀਦਾਰ ਨਹੀਂ ਹੁੰਦਾ, ਤੇ ਇੱਕ ਉਹ ਜਿਹੜੇ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਵਸਦੇ ਨੇ। ਤਿੱਖਾ ਤਿਹਾਇਆ ਕਿਉ ਲਹੈ, ਜਾਂ ਸਰ ਭੀਤਰ ਪਾਲ। ਜੇ ਸਰੋਵਰ ਭਰਿਆ ਹੋਵੇ ਤੇ ਫਿਰ ਮਨੁੱਖ ਭੁੱਖਾ ਧਿਆਇਆ ਕਿਉਂ ਰਹਿੰਦਾ ਹੈ ਭਾਈ? ਫਿਰ ਉਹਨੂੰ ਰਹਿਣ ਦੀ ਕੀ ਲੋੜ ਹੈ? ਨਾਨਕ ਤੇਰਾ ਬਾਣੀਆਂ, ਤੂੰ ਸਾਹਿਬ ਮੈਂ ਰਾਸ। ਆਖਿਆ ਹੇ ਸਤਿਗੁਰੂ, ਹੇ ਪ੍ਰਮਾਤਮਾ, ਮੈਂ ਤੇਰਾ ਛੋਟਾ ਜਿਹਾ ਹੱਟੀ ਵਾਲਾ,
ਤੂੰ ਹੀ ਮੇਰਾ ਮਾਲਕ ਹੈ ਤੇ ਤੂੰ ਹੀ ਮੇਰੀ ਪੂੰਜੀ ਹੈ। ਹਾਂਜੀ, ਮਨ ਤਹਿ ਧੋਖਾ ਤਾਂ ਲਹੈ, ਜਾਂ ਸਿਫਤ ਕਰੀ ਅਰਦਾਸ। ਇਹ ਜਿਹੜੇ ਦੁਨੀਆ ਦੇ ਧੋਖੇ ਤਾਂ ਉਤਰ ਸਕਦੇ ਨੇ ਜੇ ਉਹਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਏ, ਨਹੀਂ ਤੇ ਮਨੁੱਖ ਦੁਨੀਆ ਦੀ ਮੋਹ ਮਮਤਾ ਵਿੱਚ ਗੁਆਚਾ ਰਹਿੰਦਾ ਹੈ। ਇਹ ਸ਼ਬਦ ਸਤਿਗੁਰਾਂ ਨੇ ਮਾਂ ਨੂੰ ਸੁਣਾਇਆ, ਮਾਂ ਤ੍ਰਿਪਤਾ ਦੇ ਸਨਮੁਖ ਇਹ ਬਾਣੀ ਗਾਈ ਹੈ। ਹਾਂਜੀ, ਅਗਰਜ ਸ਼੍ਰੀ ਨਾਨਕ ਤਬੈ, ਧਰ ਕਰ ਮਦਰ ਆਹਾਰਾ। ਅਸਲ ਵਿੱਚ ਮਾਂ ਨੇ ਕਿਹਾ ਸੀ, ਪੁੱਤ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ, ਸਾਡਾ ਧਿਆਨ ਤੇਰੇ ਵਿੱਚ ਰਹਿੰਦਾ ਹੈ, ਅਸੀਂ ਬਾਈਬਲ ਰਹਿੰਦੇ ਆ, ਤੂੰ ਮਿਲਦਾ ਹੈ ਤੇ ਮੈਨੂੰ ਇੰਨਾ ਸੁੱਖ ਮਿਲਿਆ ਜਿੰਨਾ ਕਦੇ ਸ਼੍ਰੀ ਰਾਮ ਚੰਦਰ ਜੀ ਨੂੰ ਮਿਲ ਕੇ ਕੁਸ਼ਲਿਆ ਨੂੰ ਮਿਲਿਆ ਸੀ। ਹੁਣ ਸਤਿਗੁਰਾਂ ਨੇ ਸਮਝਾਇਆ ਵੀ ਮਾਂ ਇਹ ਧੋਖਾ ਹੈ, ਇਹ ਦੁਨਿਆਵੀ ਰਿਸ਼ਤੇ ਜਿਹੜੇ ਨੇ ਇੱਕ ਛਾਲ ਹੈ, ਉਤਰਨਗੇ ਕਿਵੇਂ ਜੇ ਆਪਾਂ ਰੱਬ ਅੱਗੇ ਅਰਦਾਸ ਕਰਾਂਗੇ ਤਾਂ। ਅਸਲ ਵਿੱਚ ਰਿਸ਼ਤਾ ਤੇ ਰੱਬ ਦਾ ਹੀ ਸਹੀ ਹੈ, ਬਾਕੀ ਰਿਸ਼ਤੇ ਤੇ ਝੂਠੇ ਨੇ। ਹੁਣ ਮਾਂ ਨੇ ਕੀ ਕੀਤਾ, ਅਗਰਜ ਸ਼੍ਰੀ ਨਾਨਕ ਤਬੇ, ਧਰ ਕਰ ਮਦਰ ਆਹਾਰ, ਜੋ ਕੁਝ ਲੈ ਕੇ ਆਈ ਸੀ ਉਹ ਆਪਣੇ ਪੁੱਤਰ ਨਾਨਕ ਦੇ ਅੱਗੇ ਰੱਖ ਦਿੱਤਾ, ਕਹਿਣ ਲੱਗੀ ਪੁੱਤ ਆ ਖਾ ਲੈ। ਹਾਂਜੀ, ਖਾਵੋ ਤਾਤ ਮਾਤਾ ਕਹੇ, ਹਵੈ ਮੁਝ ਹਰਖ ਅਪਾਰ। ਤੂੰ ਖਾਵੇਂਗਾ ਤੇ ਪੁੱਤਰ ਮੈਨੂੰ ਬੜੀ ਖੁਸ਼ੀ ਹੋਏਗੀ, ਮੇਰਾ ਬੜਾ ਮਨ ਪ੍ਰਸੰਨ ਹੋਵੇਗਾ। ਹਾਂਜੀ, ਸੁਨ ਸ਼੍ਰੀ ਨਾਨਕ ਬਚਨ ਉਚਾਰੇ, ਨਿਤ ਤ੍ਰਿਪਤਿਓ ਨਹਿ ਭੂਖ ਹਮਾਰੇ। ਸਤਿਗੁਰੂ ਕਹਿਣ ਲੱਗੇ ਮਾਂ ਮੈਂ ਤੇ ਰੋਜ਼ ਹੀ ਤ੍ਰਿਪਤ ਰਹਿਣਾ, ਮੈਨੂੰ ਤਾਂ ਭੁੱਖ ਲੱਗਦੀ ਨਹੀਂ। ਮਾਂ ਨੂੰ ਇਦਾਂ ਲੱਗਦਾ ਸੀ ਵੀ ਪਤਾ ਨਹੀਂ ਇਹਨੇ ਕਦੋਂ ਦਾ ਖਾਧਾ ਹੋਏਗਾ, ਕਦੋਂ ਇਹਨੂੰ ਕਦੇ ਖਾਣ ਨੂੰ ਕੁਝ ਮਿਲਿਆ ਹੋਏਗਾ, ਤੇ ਮੈਂ ਜੋ ਲੈ ਕੇ ਆਈ ਹਾਂ ਇਹ ਖਾ ਲਵੇ। ਸਤਿਗੁਰੂ ਕਹਿਣ ਲੱਗੇ ਮਾਂ ਮੈਂ ਤੇ ਤ੍ਰਿਪਤ, ਮੈਨੂੰ ਭੁੱਖ ਲੱਗਦੀ ਨਹੀਂ ਹੈ। ਹਾਂਜੀ, ਏਕ ਵਾਰ ਅਸ ਭੋਜਨ ਕੀਨਾ, ਬਹੁਰ ਨ ਸ਼ੁਦਾ ਦੇਹ ਮਹਿ ਚੀਨਾ। ਇੱਕ ਵਾਰ ਮਾਂ ਐਸਾ ਭੋਜਨ ਕਰ ਲਿਆ ਕਿ ਕਦੇ ਮੁੜ ਕੇ ਸ਼ੁਦਾ ਭੁੱਖ ਕਦੇ ਲੱਗੀ ਨਹੀਂ ਜੀਵਨ ਦੇ ਵਿੱਚ। ਤਬ ਕਾਲੂ ਨੇ ਬਚਨ ਉਚਾਰੇ, ਕਿਆ ਖਾਇਓ ਨਹਿ ਭੂਖ ਤੁਮਾਰੇ। ਤੇ ਪਿਤਾ ਕਾਲੂ ਕਹਿਣ ਲੱਗੇ ਪੁੱਤਰ ਸਾਨੂੰ ਵੀ ਦੱਸ ਦੇ ਕਿਹੜੀ ਚੀਜ਼ ਖਾਈਏ ਤੇ ਮੁੜ ਕੇ ਭੁੱਖ ਨਹੀਂ ਲੱਗਦੀ। ਸਵੇਰੇ ਖਾਈਏ ਤੇ ਸ਼ਾਮੀ ਫੇਰ ਖਾਈਦਾ, ਰਾਤੀ ਖਾਈਏ ਤੇ ਸਵੇਰੇ ਉੱਠ ਕੇ ਫੇਰ ਖਾਈਦਾ। ਤੇ ਤੂੰ ਕੀ ਖਾਦਾ ਪੁੱਤਰ, ਤੂੰ ਕੀ ਖਾ ਲਿਆ ਜਿਹਦੇ ਨਾਲ ਤੈਨੂੰ ਮੁੜ ਕੇ ਭੁੱਖ ਹੀ ਨਹੀਂ ਲੱਗਦੀ ਅਜੇ ਤੱਕ। ਹਾਂਜੀ, ਕੋ ਭੋਜਨ ਕਰ ਤ੍ਰਿਪਤੀ ਤੁਮੈ, ਸਰਬ ਸੁਨਾਵੋ ਸੋ ਕਹੋ ਹਮੈ। ਪੁੱਤਰ ਜੋ ਤੂੰ ਖਾਦਾ ਤੇ ਤੈਨੂੰ ਤ੍ਰਿਪਤੀ ਹੋਈ ਹੈ, ਸਾਨੂੰ ਵੀ ਤੇ ਸੁਣਾਣਾ, ਅਸੀਂ ਵੀ ਤਾਂ ਸੁਣੀਏ ਨਾ। ਹਾਂਜੀ, ਹਮ ਆਹਾਰ ਆਨਿਓ ਨਹਿ ਖਾਏ, ਉਚਰ ਸੁਨਾਵੋ ਨਹਿ ਤ੍ਰਿਪਤਾਏ। ਹਮ ਆਹਾਰ ਆਨਿਓ ਨਹਿ ਖਾਏ, ਅਸੀਂ ਲਿਆਂਦਾ ਤੇ ਤੂੰ ਖਾਂਦਾ ਨਹੀਂ ਹੈ, ਤੇ ਅੱਗੋਂ ਸੁਣਾਉਣਾ ਵੀ ਨਹੀਂ ਜੀ ਮੈਂ ਤੇ ਰੱਜਿਆ ਹੋਇਆ ਜੀ, ਮੈਨੂੰ ਤਾਂ ਭੁੱਖ ਹੀ ਨਹੀਂ ਲੱਗਦੀ ਜੀ। ਹਾਂਜੀ, ਕੋ ਵਿਪਰੀਤ ਹਿਰਦੇ ਮਹਿ ਠਾਨੀ, ਸੁਨ ਸ਼੍ਰੀ ਨਾਨਕ ਬੋਲੇ ਬਾਨੀ। ਪੁੱਤਰ ਵਿਪਰੀਤ ਕਿਉਂ ਠਾਨੀ ਹੈ ਵੀ ਜੋ ਅਸੀਂ ਕਰਦੇ ਤੂੰ ਉਹਦੇ ਉਲਟੀ ਕਰਨਾ ਹੈ? ਇੱਕ ਵਾਰੀ ਦੱਸ ਤਾਂ ਸਹੀ। ਫਿਰ ਇੱਥੇ ਸਤਿਗੁਰੂ ਜੀ ਨੇ ਸ਼੍ਰੀ ਰਾਗ ਦਾ ਸ਼ਬਦ ਉਚਾਰਿਆ ਹੈ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।